PTN ਦੇਖਣ ਵਾਲੇ ਸਮੁੱਚੇ ਦਰਸ਼ਕਾਂ ਨੂੰ ਦਵਿੰਦਰ ਸਿੰਘ ਬੈਨੀਪਾਲ ਵੱਲੋਂ ਪਿਆਰ ਅਤੇ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ। ਦਾ ਬੈਨੀਪਾਲ ਸ਼ੋਅ ਵਿੱਚ ਤੁਹਾਡਾ ਸਭਨਾਂ ਦਾ ਨਿੱਘਾ ਸਵਾਗਤ। ਆਓ ਦੋਸਤੋ, ਸਭ ਤੋਂ ਪਹਿਲਾਂ ਸੰਖੇਪ ਦੇ ਵਿੱਚ ਜਿਹੜੀਆਂ ਖਬਰਾਂ ਵਿਚਾਰਨੀਆਂ ਨੇ ਉਹਨਾਂ ਦੇ ਉੱਤੇ ਨਜ਼ਰ ਮਾਰੀਏ। ਬਰਤਾਨੀਆ ਵਿੱਚ ਅੰਤਰਰਾਸ਼ਟਰੀ ਵਿਦਿਆਰਥੀਆਂ ਵਾਸਤੇ ਸਰਕਾਰ ਨੇ ਖੋਲ੍ਹੇ ਕੁਝ ਨਵੇਂ ਰਾਹ। उत्तराखंड के मुख्य मंत्री हरीश रावत ने दिता अस्तीफा। कैप्टन के सुपने चूर करने वास्ते नवजोत सिद्धू हर वरतणगे हीला वसीला। पंजाब विच कांग्रेस का मसला हल नहीं होया, हरियाणा विच पै गया कलेश। शरद पवार वालों खेती कानूनों के मुद्दे ते भाजपा की हमायत। लखा सिधाणा तो दिल्ली पुलिस ने लगभग 4 घंटिया तक की पुछगिछ। ਅਤੇ ਥਿੰਕ ਇੰਸ਼ੋਰੈਂਸ ਤੇ ਪਰਮਿੰਦਰ ਥਿੰਦ ਨਾਲ ਅੱਜ ਦੇ ਪ੍ਰੋਗਰਾਮ ਦੌਰਾਨ ਰਹੇਗੀ ਇੱਕ ਖਾਸ ਗੱਲਬਾਤ। ਦੋਸਤੋ, ਆਹ ਕੁਝ ਗੱਲਬਾਤ ਹੈ ਜਿਸ ਦੇ ਉੱਤੇ ਵਿਸਥਾਰ ਨਾਲ ਆਪਾਂ ਟਿੱਪਣੀਆਂ ਕਰਨੀਆਂ ਨੇ। ਇਹਦੇ ਤੋਂ ਪਹਿਲਾਂ ਕਿ ਇਧਰ ਨੂੰ ਵਧੀਏ, ਤੁਹਾਨੂੰ ਸਭਨਾਂ ਨੂੰ ਬੇਨਤੀ ਹੈ ਕਿ ਜੇਕਰ ਹਾਲੇ ਤੱਕ ਤੁਸੀਂ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਵਾਲੀ ਘੰਟੀ ਜ਼ਰੂਰ ਔਨ ਕਰ ਲੈਣੀ। ਤੁਹਾਡੇ ਦਿਲੋਂ ਧੰਨਵਾਦੀ ਹੋਵਾਂਗੇ। ਤੇ ਆਓ ਹੁਣ ਖਬਰਾਂ ਵੱਲ ਨੂੰ ਰੁਖ ਕਰਦੇ ਹਾਂ। ਸਭ ਤੋਂ ਪਹਿਲਾਂ ਤੁਹਾਨੂੰ UK ਭਾਵ ਬਰਤਾਨੀਆ ਲੈ ਚੱਲਦੇ ਹਾਂ, ਯੂਨਾਈਟਿਡ ਕਿੰਗਡਮ ਲੈ ਚੱਲਦੇ ਹਾਂ, ਜਿੱਥੇ ਬਹੁਤ ਸਾਰੇ ਇੰਟਰਨੈਸ਼ਨਲ ਸਟੂਡੈਂਟ ਭਾਰਤੀ ਵੀ ਨੇ ਤੇ ਹੋਰਨਾਂ ਮੁਲਕਾਂ ਤੋਂ ਵੀ ਜਾ ਕੇ ਉੱਥੇ ਪੜ੍ਹਦੇ ਆ। ਤੇ ਇਹਨਾਂ ਵਿਦਿਆਰਥੀਆਂ ਦੇ ਵਾਸਤੇ ਇੱਕ ਨਵਾਂ ਜਿਹੜਾ ਐਲਾਨ ਕੀਤਾ ਸੀ ਉਹ ਹੁਣ ਲਾਗੂ ਕਰ ਦਿੱਤਾ ਗਿਆ ਹੈ। ਉੱਥੇ ਵਿਦੇਸ਼ੀ ਵਿਦਿਆਰਥੀਆਂ ਵਾਸਤੇ, ਇੰਟਰਨੈਸ਼ਨਲ ਸਟੂਡੈਂਟਸ ਦੇ ਵਾਸਤੇ ਵਰਕ ਵੀਜ਼ਾ ਲੈਣ ਦੀ ਹੁਣ ਰਾਹ ਖੋਲ੍ਹ ਦਿੱਤੀ ਗਈ ਹੈ। ਗ੍ਰਹਿ ਵਿਭਾਗ ਨੇ ਕੱਲ੍ਹ ਇਹਨਾਂ ਵਿਦਿਆਰਥੀਆਂ ਲਈ ਨਵਾਂ ਪੋਸਟ ਸਟੱਡੀ ਵਰਕ ਵੀਜ਼ਾ ਸ਼ੁਰੂ ਕਰ ਦਿੱਤਾ ਹੈ। ਬਰਤਾਨਵੀ ਯੂਨੀਵਰਸਿਟੀਆਂ ਤੋਂ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਭਾਰਤ ਅਤੇ ਹੋਰਨਾਂ ਮੁਲਕਾਂ ਤੋਂ ਗਏ ਵਿਦੇਸ਼ੀ ਵਿਦਿਆਰਥੀ ਇਸ ਵੀਜ਼ੇ ਦੇ ਆਧਾਰ 'ਤੇ ਹੁਣ ਉੱਥੇ ਨੌਕਰੀ ਵਾਸਤੇ ਬਰਤਾਨੀਆ ਵਿੱਚ ਰੁਕ ਸਕਿਆ ਕਰਨਗੇ। ਬਰਤਾਨੀਆ ਦੀ ਗ੍ਰਹਿ ਮੰਤਰੀ ਪ੍ਰੀਤੀ ਪਟੇਲ ਨੇ ਬੀਤੇ ਵਰੇ ਇਸ ਵੀਜ਼ਾ ਪ੍ਰੋਗਰਾਮ ਦਾ ਐਲਾਨ ਕੀਤਾ ਸੀ ਅਤੇ ਹੁਣ ਇਹ ਪ੍ਰੋਗਰਾਮ ਲਾਗੂ ਕਰ ਦਿੱਤਾ ਗਿਆ ਹੈ। ਇਸ ਨਵੇਂ ਵਰਕ ਵੀਜ਼ੇ ਨਾਲ ਭਾਰਤੀ ਵਿਦਿਆਰਥੀਆਂ ਨੂੰ ਵਧੇਰੇ ਫਾਇਦਾ ਹੋਣ ਦੀ ਸੰਭਾਵਨਾ ਹੈ, ਕਿਉਂਕਿ ਕੰਮ ਦੇ ਆਧਾਰ 'ਤੇ ਬਹੁਤ ਸਾਰੇ ਉਹ ਵਿਦਿਆਰਥੀ ਨੇ ਜਿਹੜੇ ਡਿਗਰੀ ਕੋਰਸਾਂ ਦੀ ਉੱਥੇ ਚੋਣ ਕਰਦੇ ਹੈ। ਇਹ ਨਵਾਂ ਵਰਕ ਵੀਜ਼ਾ ਪ੍ਰੋਗਰਾਮ ਗ੍ਰੈਜੂਏਟ ਦੇ ਵਿਦਿਆਰਥੀਆਂ ਲਈ ਤਿਆਰ ਕੀਤਾ ਗਿਆ ਸੀ ਜੋ ਕਿ ਮਾਨਤਾ ਪ੍ਰਾਪਤ ਬਰਤਾਨਵੀ ਯੂਨੀਵਰਸਿਟੀਆਂ ਤੋਂ ਡਿਗਰੀ ਹਾਸਲ ਕਰਨਗੇ। ਉਹਨਾਂ ਵਾਸਤੇ ਇਹ ਪ੍ਰੋਗਰਾਮ ਲਾਹੇਵੰਦ ਹੋਣਾ ਹੈ। ਵਿਦਿਆਰਥੀ ਇਸ ਵੀਜ਼ੇ ਦੇ ਆਧਾਰ 'ਤੇ 2 ਸਾਲ ਤੱਕ ਰਹਿ ਕੇ ਉੱਥੇ ਨੌਕਰੀ ਦੀ ਤਲਾਸ਼ ਕਰ ਸਕਣਗੇ। ਭਾਰਤੀ ਮੂਲ ਦੀ ਨੇ ਦਰਅਸਲ ਪ੍ਰੀਤੀ ਪਟੇਲ ਵੀ, ਉਹਨਾਂ ਨੇ ਇੱਕ ਬਿਆਨ ਵਿੱਚ ਕਿਹਾ ਹੈ ਕਿ ਬਰਤਾਨੀਆ ਦੀ ਸਰਕਾਰ ਦੇ ਪੁਆਇੰਟ ਸਿਸਟਮ ਵਾਲਾ ਇਹ ਇਮੀਗ੍ਰੇਸ਼ਨ ਜਿਹੜਾ ਸਿਸਟਮ ਹੈ ਉਹਦੇ ਤਹਿਤ ਭਾਰਤ ਅਤੇ ਦੁਨੀਆ ਭਰ ਦੇ ਵਿਦਿਆਰਥੀਆਂ ਲਈ ਬਰਤਾਨੀਆ ਵਿੱਚ ਆਪਣੇ ਪੱਧਰ 'ਤੇ ਕੈਰੀਅਰ ਸ਼ੁਰੂ ਕਰਨ ਦਾ ਇਹ ਇੱਕ ਚੰਗਾ ਮੌਕਾ ਹੋਏਗਾ। ਉਹਨਾਂ ਦੱਸਿਆ ਕਿ ਇਸ ਨਾਲ ਵਿਦਿਆਰਥੀਆਂ ਨੂੰ ਮਦਦ ਮਿਲੇਗੀ ਜੋ ਬਰਤਾਨੀਆ ਵਿੱਚ ਰਹਿ ਕੇ ਕੰਮਕਾਰ ਕਰਨਾ ਚਾਹੁੰਦੇ ਹੈ। ਤੇ ਅਗਲੀ ਜਿਹੜੀ ਖਬਰ ਹੈ ਉਹ UK ਤੋਂ ਹੀ ਆ, ਪਰ ਇਹ ਜਿਹੜਾ ਇੰਡੀਆ 'ਚ UK ਆ ਭਾਵ ਉੱਤਰਾਖੰਡ, ਉੱਥੋਂ ਨਾਲ ਸੰਬੰਧਿਤ ਖਬਰ ਹੈ। ਤੁਸੀਂ ਦੇਖੋ ਕਿ ਲਗਾਤਾਰ ਉੱਥੇ ਮੁੱਖ ਮੰਤਰੀ ਦੀ ਕੁਰਸੀ ਦੇ ਉੱਤੇ ਬੰਦੇ ਬਦਲੇ ਜਾ ਰਹੇ ਨੇ। ਹੁਣ ਪਤਾ ਲੱਗ ਰਿਹਾ ਹੈ ਕਿ ਉੱਤਰਾਖੰਡ ਦੇ ਮੁੱਖ ਮੰਤਰੀ ਤੀਰਥ ਸਿੰਘ ਰਾਵਤ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਪਤਾ ਲੱਗਿਆ ਸੀ ਕਿ ਸਭ ਤੋਂ ਪਹਿਲਾਂ ਉਹਨਾਂ ਨੇ ਕੇਂਦਰੀ ਮੰਤਰੀ ਨਰਿੰਦਰ ਸਿੰਘ ਤੋਮਰ, ਫਿਰ ਭਾਜਪਾ ਦੇ ਜਨਰਲ ਸਕੱਤਰ ਦੁਸ਼ਯੰਤ ਗੌਤਮ ਦੀ ਹਾਜ਼ਰੀ ਦੇ ਵਿੱਚ ਵਿਧਾਨ ਮੰਡਲ ਦੇ ਨਵੇਂ ਨੇਤਾ ਦੀ ਚੋਣ ਕਰਨੀ ਹੈ। ਤੀਰਥ ਸਿੰਘ ਰਾਵਤ ਨੇ ਸੰਵਿਧਾਨਕ ਸੰਕਟ ਦੇ ਚਲਦਿਆਂ ਆਪਣੇ ਅਹੁਦੇ ਤੋਂ ਅਸਤੀਫਾ ਦਿੱਤਾ ਹੈ। ਇਸ ਤੋਂ ਪਹਿਲਾਂ ਤੀਰਥ ਸਿੰਘ ਰਾਵਤ 3 ਦਿਨਾਂ ਤੋਂ ਦਿੱਲੀ ਵਿੱਚ ਡੇਰੇ ਲਾਏ ਬੈਠੇ ਸੀ। ਉਹਨਾਂ ਨੇ ਭਾਜਪਾ ਪ੍ਰਧਾਨ JP ਨੱਡਾ ਨਾਲ ਮੁਲਾਕਾਤ ਕੀਤੀ। ਨੱਡਾ ਨਾਲ ਮੁਲਾਕਾਤ ਤੋਂ ਬਾਅਦ ਤੀਰਥ ਸਿੰਘ ਰਾਵਤ ਨੇ ਬੀਤੀ ਦੇਰ ਰਾਤ ਅਸਤੀਫਾ ਦੇ ਦਿੱਤਾ ਸੀ ਅਤੇ ਮੁਲਾਕਾਤ ਵਾਸਤੇ ਉੱਥੋਂ ਦੀ ਰਾਜਪਾਲ ਤੋਂ ਸਮੇਂ ਦੀ ਮੰਗ ਕੀਤੀ ਸੀ। ਰਾਜਪਾਲ ਨਾਲ ਮੁਲਾਕਾਤ ਤੋਂ ਬਾਅਦ ਰਾਵਤ ਨੇ ਆਪਣੇ ਅਹੁਦੇ ਤੋਂ ਅਸਤੀਫਾ ਦਿੱਤਾ ਹੈ। ਦੱਸਣਾ ਬਣਦਾ ਕਿ ਰਾਵਤ ਨੇ ਇਸੇ ਸਾਲ ਮਾਰਚ ਮਹੀਨੇ ਉੱਤਰਾਖੰਡ ਦੇ ਮੁੱਖ ਮੰਤਰੀ ਦੇ ਅਹੁਦੇ ਵਜੋਂ ਸਹੁੰ ਚੁੱਕੀ ਸੀ, ਅਹੁਦਾ ਸੰਭਾਲਿਆ ਸੀ। ਤੀਰਥ ਸਿੰਘ ਰਾਵਤ ਨੂੰ ਮੁੱਖ ਮੰਤਰੀ ਅਹੁਦੇ ਤੋਂ ਇਸ ਲਈ ਹਟਣਾ ਪੈ ਰਿਹਾ ਹੈ ਕਿਉਂਕਿ ਮੁੱਖ ਮੰਤਰੀ ਦੀ ਕੁਰਸੀ ਸੰਭਾਲਣ ਦੇ 6 ਮਹੀਨਿਆਂ ਦੇ ਅੰਦਰ ਅੰਦਰ ਭਾਵ 10 ਸਤੰਬਰ ਤੱਕ ਉਹਨਾਂ ਦਾ ਵਿਧਾਇਕ ਬਣਨਾ ਲਾਜ਼ਮੀ ਸੀ। ਉੱਤਰਾਖੰਡ ਦੀਆਂ 2 ਸੀਟਾਂ ਤੇ ਉਪ ਚੋਣਾਂ ਵੀ ਹੋਣੀਆਂ ਨੇ, ਪਰ ਕੋਵਿਡ ਮਹਾਮਾਰੀ ਨੂੰ ਲੈ ਕੇ ਫਿਲਹਾਲ ਉਪ ਚੋਣਾਂ ਤੇ ਕਮਿਸ਼ਨ ਦੀ ਰੋਕ ਲੱਗੀ ਹੋਈ ਹੈ। ਅਜਿਹੇ ਵਿੱਚ ਉਪ ਚੋਣਾਂ ਨੂੰ ਲੈ ਕੇ ਕੋਈ ਸਥਿਤੀ ਬਹੁਤੀ ਸਪਸ਼ਟ ਨਹੀਂ ਸੀ। ਦੱਸਣਾ ਬਣਦਾ ਹੈ ਕਿ ਉੱਤਰਾਖੰਡ ਦੇ ਮੁੱਖ ਮੰਤਰੀ ਹਰੀਸ਼ ਰਾਵਤ ਨੇ
शुक्रवार की रात लगभग 11:15 वजे ਉੱਥੋਂ ਦੀ ਰਾਜਪਾਲ ਬੇਬੀ ਰਾਣੀ ਮੌਰੀਆ ਨੂੰ ਆਪਣਾ ਅਸਤੀਫਾ ਦਿੱਤਾ ਅਤੇ 20 ਸਾਲ ਪਹਿਲਾਂ ਇਹ ਸੂਬਾ ਹੋਂਦ ਵਿੱਚ ਆਇਆ ਸੀ ਉੱਤਰਾਖੰਡ। 20 ਸਾਲਾਂ ਦੇ ਇਤਿਹਾਸ ਦੇ ਉੱਤੇ ਜੇਕਰ ਨਜ਼ਰ ਮਾਰਦੇ ਹਾਂ ਤਾਂ ਉੱਤਰਾਖੰਡ ਦੇ ਵਿੱਚ ਜਿੰਨੇ ਵੀ ਮੁੱਖ ਮੰਤਰੀ ਬਣੇ, ਉੱਤਰਾਖੰਡ ਦੇ ਇਤਿਹਾਸ ਦੇ ਵਿੱਚ ਸਭ ਤੋਂ ਘੱਟ ਦਿਨਾਂ ਦੇ ਵਾਸਤੇ, ਸਭ ਤੋਂ ਘੱਟ ਸਮੇਂ ਦੇ ਵਾਸਤੇ ਜੇਕਰ ਕੋਈ ਮੁੱਖ ਮੰਤਰੀ ਰਿਹਾ ਤਾਂ ਉਹ ਇਹ ਰਹੇ ਨੇ। ਸਿਰਫ 115 ਦਿਨ ਦੇ ਵਾਸਤੇ ਇਹ ਮੁੱਖ ਮੰਤਰੀ ਬਣੇ ਰਹੇ। ਸਾਲ 2000 ਦੇ ਵਿੱਚ ਭਗਤ ਸਿੰਘ ਕੋਸ਼ਿਆਰੀ 123 ਦਿਨ ਤੱਕ ਮੁੱਖ ਮੰਤਰੀ ਰਹੇ ਸਨ। ਅਸਤੀਫਾ ਦੇਣ ਤੋਂ ਬਾਅਦ ਰਾਵਤ ਨੇ ਕਿਹਾ ਕਿ ਸੰਵਿਧਾਨਕ ਸੰਕਟ ਉਹਨਾਂ ਦੇ ਅਸਤੀਫੇ ਦਾ ਕਾਰਨ ਬਣਿਆ। ਉਹਨਾਂ ਨੇ ਅਸਤੀਫਾ ਦੇਣ ਵੇਲੇ ਪ੍ਰਧਾਨ ਮੰਤਰੀ ਨਰਿੰਦਰ ਦਮੋਦਰ ਦਾਸ ਮੋਦੀ ਦਾ ਧੰਨਵਾਦ ਕੀਤਾ। ਲਗਭਗ ਇੱਕ ਹਫ਼ਤਾ ਪਹਿਲਾਂ ਤੋਂ ਹੀ ਉੱਤਰਾਖੰਡ ਦੇ ਮੁੱਖ ਮੰਤਰੀ ਨੂੰ ਅਹੁਦੇ ਤੋਂ ਹਟਾਏ ਜਾਣ ਦੇ ਕਿਆਸ ਲੱਗ ਰਹੇ ਸਨ। ਇਹ ਵੀ ਦੱਸਣਾ ਬਣਦਾ ਹੈ ਕਿ ਮੁੱਖ ਮੰਤਰੀ ਬਣਨ ਤੋਂ ਬਾਅਦ ਉਹ ਲਗਾਤਾਰ ਵਿਵਾਦਿਤ ਬਿਆਨ ਦਿੰਦੇ ਰਹੇ। ਸਮੇਂ ਸਮੇਂ ਤੇ ਭਾਜਪਾ ਦੀ ਉਹ ਕਿਰਕਰੀ ਵੀ ਕਰਵਾਉਂਦੇ ਰਹੇ। ਭਾਜਪਾ ਦੀ ਭਾਵ ਆਪਣੀ ਪਾਰਟੀ ਦੀ ਕਿਰਕਰੀ ਕਰਵਾਉਣ ਵਾਲੇ ਰਾਵਤ ਦੀ ਲਗਭਗ 3.5 ਮਹੀਨਿਆਂ ਬਾਅਦ ਵਧਾਈ ਹੋ ਗਈ ਹੈ। ਸੂਤਰ ਦੱਸਦੇ ਹੈ ਕਿ ਉਹਨਾਂ ਨੇ ਅਸਤੀਫਾ ਦਿੱਤਾ ਨਹੀਂ, ਸਗੋਂ ਦਿੱਲੀ ਬੁਲਾ ਕੇ ਉਹਨਾਂ ਤੋਂ ਅਸਤੀਫਾ ਲਿਆ ਗਿਆ ਹੈ। 9 ਨਵੰਬਰ ਸਾਲ 2000 ਵਿੱਚ ਉੱਤਰਾਖੰਡ ਨੂੰ ਇੱਕ ਵੱਖਰਾ ਸੂਬਾ ਬਣਾ ਦਿੱਤਾ ਗਿਆ ਸੀ। ਉੱਤਰਾਖੰਡ ਵਿੱਚ 5 ਸਾਲ ਦਾ ਕਾਰਜਕਾਲ ਪੂਰਾ ਕਰਨ ਵਾਲੇ ਸਿਰਫ ਹੁਣ ਤੱਕ ਇੱਕੋ ਇੱਕ ਮੁੱਖ ਮੰਤਰੀ ਬਣੇ ਨੇ, ਉਹ ਸਨ ਐਨਡੀ ਤਿਵਾੜੀ। ਐਨਡੀ ਤਿਵਾੜੀ ਸਾਲ 2002 ਤੋਂ ਸਾਲ 2007 ਤੱਕ ਉੱਤਰਾਖੰਡ ਦੇ ਮੁੱਖ ਮੰਤਰੀ ਰਹੇ ਸੀ। ਆਹ ਗੱਲ ਸ਼ਾਇਦ ਤੁਹਾਨੂੰ ਯਾਦ ਹੋਵੇ ਕਿ ਕੁੰਭ ਦਾ ਮੇਲਾ ਲੱਗਿਆ। ਕੁੰਭ ਦੇ ਮੇਲੇ ਦੇ ਦੌਰਾਨ ਤੀਰਥ ਸਿੰਘ ਰਾਵਤ ਉੱਥੋਂ ਦੇ ਮੁੱਖ ਮੰਤਰੀ। ਕਿਵੇਂ ਉੱਥੇ ਭੀੜ ਜਮ੍ਹਾਂ ਹੋਈ, ਕਿਵੇਂ ਲੋਕਾਂ ਦੀਆਂ ਨਜ਼ਰਾਂ ਟਿਕੀਆਂ ਜਦੋਂ ਉਂਗਲਾਂ ਉੱਠਣ ਲੱਗੀਆਂ ਕਿ ਇੱਕ ਪਾਸੇ ਪਾਬੰਦੀਆਂ ਨੇ, ਇੱਕ ਪਾਸੇ ਕੋਵਿਡ ਫੈਲ ਰਿਹਾ ਤੇ ਇੱਥੇ ਵੱਡਾ ਮੇਲਾ ਲਾਇਆ ਹੋਇਆ। ਤੇ ਫਿਰ ਉਹਨਾਂ ਨੇ ਕੁਝ ਕੋਵਿਡ-19 ਦੇ ਸੰਬੰਧਿਤ ਰਿਪੋਰਟਸ ਤਿਆਰ ਕਰਵਾਈਆਂ ਜੋ ਬੇਹੱਦ ਝੂਠੀਆਂ ਤੇ ਫਰਜ਼ੀ ਸੀ। ਹਰ ਪਾਸੇ ਜੰਮ ਕੇ ਉਹਨਾਂ ਦੀ ਚਰਚਾ ਵੀ ਹੋਈ ਤੇ ਵਿਰੋਧਤਾ ਵੀ ਹੋਈ। ਤੇ ਹੁਣ ਸਿਆਸੀ ਗਲਿਆਰਿਆਂ ਵਿੱਚ ਚਰਚਾ ਹੈ ਕਿ ਉੱਤਰਾਖੰਡ ਦਾ ਅਗਲਾ ਮੁੱਖ ਮੰਤਰੀ ਕੌਣ ਹੋਏਗਾ। ਫਿਲਹਾਲ ਖਬਰਾਂ ਮਿਲ ਰਹੀਆਂ ਨੇ ਕਿ ਸਤਪਾਲ ਮਹਾਰਾਜ ਦਾ ਪਰੜਾ ਸਭ ਤੋਂ ਭਾਰੀ ਦੱਸਿਆ ਜਾ ਰਿਹਾ ਹੈ। ਤੇ ਨਾਲ ਇਹ ਵੀ ਖਬਰਾਂ ਨੇ ਕਿ ਸਾਬਕਾ ਮੁੱਖ ਮੰਤਰੀ ਤਰਵਿੰਦਰ ਸਿੰਘ ਰਾਵਤ ਵੀ ਇਸ ਵਾਸਤੇ ਅੱਡੀ ਚੋਟੀ ਦਾ ਜ਼ੋਰ ਲਾ ਰਹੇ ਨੇ। ਪਰੰਤੂ ਇਹ ਹੈ ਕਿ ਸ਼ਾਇਦ ਉਹਨਾਂ ਨੂੰ ਵਿਧਾਇਕਾਂ ਦਾ ਸਮਰਥਨ ਨਾ ਮਿਲੇ। ਪਰ ਵੇਖਣਾ ਹੋਏਗਾ ਕਿ ਅਗਲਾ ਮੁੱਖ ਮੰਤਰੀ ਉੱਥੇ ਕਿਹੜਾ ਥਾਪਿਆ ਜਾਂਦਾ ਹੈ। ਪਰ ਅੱਜ ਤੱਕ ਜਿੰਨੇ ਬਹੁਤੇ ਭਾਜਪਾ ਦੇ ਖਾਤੇ 'ਚੋਂ ਮੁੱਖ ਮੰਤਰੀ ਆਏ ਹੈ ਉਹ ਸੰਘ ਵਾਲੇ ਆਏ ਹੈ। ਵੇਖਦੇ ਹਾਂ ਕਿ ਸੰਘ ਦੇ ਵਿੱਚੋਂ ਆਉਂਦਾ ਕੋਈ ਜਾਂ ਕਿਸੇ ਪਾਸਿਓਂ ਆਉਂਦਾ। ਤੇ ਹੁਣ ਨਜ਼ਰਾਂ ਉੱਤਰਾਖੰਡ ਤੇ ਟਿਕੀਆਂ ਰਹਿਣਗੀਆਂ। ਤੇ ਅਗਲੀ ਖਬਰ ਹੈ ਪੰਜਾਬ ਦੇ, ਤੇ ਹੈ ਇਹ ਵੀ ਮੁੱਖ ਮੰਤਰੀ ਨਾਲ ਹੀ ਸੰਬੰਧਿਤ। ਸ਼ਾਇਦ ਤੁਹਾਨੂੰ ਯਾਦ ਹੋਣਾ ਕਿ ਤਕਰੀਬਨ 2.5 ਸਾਲ ਪਹਿਲਾਂ, ਕੋਈ ਬਹੁਤਾ ਲੰਬਾ ਅਰਸਾ ਨਹੀਂ ਹੋਇਆ, 2.5 ਸਾਲ ਪਹਿਲਾਂ ਖੁਦ ਮੰਤਰੀ ਮੰਡਲ ਵਿੱਚੋਂ ਅਸਤੀਫਾ ਦੇ ਕੇ ਲਾਂਭੇ ਹੋਏ ਨਵਜੋਤ ਸਿੰਘ ਸਿੱਧੂ ਤੇ ਫਿਰ ਸੱਤਾਧਾਰੀ ਕਾਂਗਰਸ ਦੇ ਵਿੱਚ ਉਹਨਾਂ ਨੂੰ ਅਹਿਮ ਸਥਾਨ ਦੇਣ ਦੀਆਂ ਗੱਲਾਂ ਚੱਲੀਆਂ, ਚਾਹੇ ਉਪ ਮੁੱਖ ਮੰਤਰੀ ਦਾ ਅਹੁਦਾ ਹੋਵੇ ਜਾਂ ਫਿਰ ਉਹਨਾਂ ਨੂੰ ਪਾਰਟੀ ਪ੍ਰਧਾਨ ਬਣਾਉਣ ਦੀਆਂ ਗੱਲਾਂ ਹੋਣ। ਪਰ ਜਦੋਂ ਇਹ ਗੱਲਾਂ ਚੱਲਣ ਲੱਗੀਆਂ ਤਾਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਵੱਲੋਂ ਕੋਰੀ ਨਾਂਹ ਕਰ ਦਿੱਤੀ ਗਈ। ਹੁਣ ਪਾਰਟੀ ਕਰੇਗੀ, ਹਾਈ ਕਮਾਂਡ ਕਰੇਗੀ। ਹੁਣ ਪਾਰਟੀ ਹਾਈ ਕਮਾਂਡ ਤੇ ਪੰਜਾਬ ਦੇ ਇੰਚਾਰਜ ਹਰੀਸ਼ ਰਾਵਤ ਬਿਲਕੁਲ ਬੁਰੀ ਤਰ੍ਹਾਂ ਕੁੜਕੀ ਵਿੱਚ ਫਸੇ ਹੋਏ ਨਜ਼ਰ ਆ ਰਹੇ ਨੇ। ਇਹ ਵੀ ਲੱਗ ਰਿਹਾ ਕਿ ਇਸ ਕੁੜਕੀ ਦੇ ਵਿੱਚੋਂ ਨਿਕਲਣਾ ਵੀ ਉਹਨਾਂ ਵਾਸਤੇ ਮੁਸ਼ਕਲ ਹੈ। ਕੈਪਟਨ ਅਮਰਿੰਦਰ ਸਿੰਘ ਨੇ ਬੀਤੇ ਦਿਨੀ, ਸ਼ਾਇਦ ਤੁਹਾਨੂੰ ਯਾਦ ਹੋਵੇ, ਕਿ ਦੁਪਹਿਰ ਦੇ ਖਾਣੇ ਤੇ ਕੁਝ ਸਿਰਕੱਢ ਕਾਂਗਰਸੀ ਆਗੂ, ਖਾਸ ਕਰਕੇ ਹਿੰਦੂ ਲੀਡਰਾਂ ਦੇ ਨਾਲ ਸਾਂਝ ਪਾਈ ਤੇ ਇਸ਼ਾਰਾ ਦਿੱਤਾ ਕਿ ਉਹਨਾਂ ਵਿੱਚ ਸਿੱਖ ਭਾਈਚਾਰੇ ਨਾਲ ਵੀ ਸੰਬੰਧਿਤ ਨੇ, ਹਿੰਦੂ ਭਾਈਚਾਰੇ ਨਾਲ ਵੀ ਸੰਬੰਧਿਤ ਨੇ, ਪਛੜੇ ਵਰਗ ਦੇ ਵੀ ਨੇ। ਭਾਵ ਮੈਂ ਸਾਰਿਆਂ ਦਾ ਇੱਕ ਸਾਂਝਾ ਲੀਡਰ ਹਾਂ ਤੇ ਭਵਿੱਖ ਵਿੱਚ ਵੀ ਇਹ ਲੀਡਰਸ਼ਿਪ ਮੇਰੇ ਕੋਲੇ ਰਹੇਗੀ। ਇਹਨਾਂ ਤਾਜ਼ਾ ਸਿਆਸੀ ਘਟਨਾਵਾਂ ਅਤੇ ਮਿਲਣੀਆਂ ਤੋਂ ਬਾਅਦ ਕੁਝ ਲੀਡਰਾਂ ਨੇ, ਕੁਝ ਸਿਆਸੀ ਮਾਹਿਰਾਂ ਨੇ ਤਾਂ ਇੱਥੋਂ ਤੱਕ ਆਖ ਦਿੱਤਾ ਹੈ ਕਿ ਇਹਨਾਂ ਮਿਲਣੀਆਂ ਦਾ ਚੋਣ ਨਤੀਜਿਆਂ ਤੇ ਪ੍ਰਭਾਵ ਜ਼ਰੂਰ ਪਏਗਾ ਤੇ ਜਿਹੜਾ ਕਾਂਗਰਸ ਦਾ ਕਲੇਸ਼ ਚੱਲ ਰਿਹਾ ਉਹਦੇ ਤੇ ਵੀ ਇਹਦਾ ਪ੍ਰਭਾਵ ਦੇਖਣ ਨੂੰ ਮਿਲੇਗਾ। ਉਹਨਾਂ ਆਖਿਆ ਕਿ ਨਵਜੋਤ ਸਿੰਘ ਸਿੱਧੂ ਨੂੰ ਇਸ ਬਾਰੇ ਇਲਮ ਤਾਂ ਸੀ ਕਿ ਜਿਸ ਤਰ੍ਹਾਂ ਉਹਨਾਂ ਨੇ ਦਿੱਲੀ ਦੇ ਵਿੱਚ ਮੀਟਿੰਗਾਂ ਕੀਤੀਆਂ ਨੇ ਤੇ ਉਹਨਾਂ ਦਾ ਵਿਰੋਧੀ ਖੇਮਾ ਭਾਵ ਕੈਪਟਨ ਅਮਰਿੰਦਰ ਸਿੰਘ ਕੋਈ ਨਾ ਕੋਈ ਡਿਪਲੋਮੇਸੀ ਜ਼ਰੂਰ ਵਰਤਣਗੇ। ਪਰ ਉਹ ਇਹ ਵੀ ਕਹਿੰਦੇ ਨੇ ਕਿ ਹੁਣ ਸਿਰਫ ਇੱਕੋ ਇੱਕ ਸਿਆਸੀ ਧਿਰ ਹੈ, ਉਹ ਹੈ ਆਮ ਆਦਮੀ ਪਾਰਟੀ, ਜਿਹੜੀ ਸਿੱਧੂ ਨੂੰ ਲੈਣ ਵਾਸਤੇ ਤਿਆਰ ਹੈ। ਜਿਸ ਬਾਰੇ ਉਹਨਾਂ ਨੇ ਇਸ਼ਾਰਾ ਕੀਤਾ ਕਿ ਜਦੋਂ ਕੇਜਰੀਵਾਲ ਅੰਮ੍ਰਿਤਸਰ ਦੇ ਵਿੱਚ ਆਏ ਉਹਨਾਂ ਨੇ ਸੰਕੇਤ ਦਿੱਤੇ ਸੀ ਤੇ ਕਾਂਗਰਸ ਹਾਈ ਕਮਾਂਡ ਨਵਜੋਤ ਸਿੱਧੂ ਨੂੰ ਇਸ ਗੱਲ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਪੰਜਾਬ ਚੋਣਾਂ ਦੇ ਵਿੱਚ ਵਰਤਣਾ ਵੀ ਚਾਹੁੰਦੀ ਹੈ।
पर मुख मंत्री कैप्टन अमरिंदर सिंह ये चाਹੁੰਦੇ नहीं। ਉਹ ਇਹ ਚਾਹੁੰਦੇ ਆ ਕਿ ਜਾਂ ਤਾਂ ਮਜਬੂਰ ਹੋ ਕੇ ਪਾਰਟੀ ਛੱਡ ਜਾਵੇ ਨਵਜੋਤ ਸਿੰਘ ਸਿੱਧੂ। ਕੈਪਟਨ ਅਮਰਿੰਦਰ ਚਾਹੁੰਦੇ ਆ ਕਿ ਖੁਦ ਇੱਕ ਉਹ ਨੈਸ਼ਨਲ ਪੱਧਰ ਤੇ ਸਫਲ ਲੀਡਰ ਨੇ ਕਿ 4-5 ਮਹੀਨੇ ਬਾਅਦ ਚੋਣ ਜ਼ਾਬਤਾ ਲੱਗ ਸਕਦਾ। ਚੋਣਾਂ ਤਾਂ ਪਤਾ ਹੀ ਹੈ ਕਿ 2022 ਚ ਹੋਣੀਆਂ ਨੇ, ਕਿ ਚੋਣਾਂ ਦੇ ਪ੍ਰਚਾਰ ਦੇ ਮੌਕੇ ਨਵਜੋਤ ਸਿੰਘ ਸਿੱਧੂ ਅਤੇ ਉਹਦੇ ਕੈਪਟਨ ਅਮਰਿੰਦਰ ਦੇ ਕਹਿਣ ਮੁਤਾਬਕ ਨਿਗੁਣੇ ਸਾਥੀਆਂ ਨੂੰ ਮੂਹਰਲੀ ਕਤਾਰ ਦੇ ਵਿੱਚ ਰੱਖਿਆ ਨਾ ਜਾਵੇ। ਕੋਈ ਇਸ ਤਰ੍ਹਾਂ ਦਾ ਪ੍ਰੋਗਰਾਮ ਹਾਈਕਮਾਨ ਉਹ ਲੀਕ ਨਾ ਬੈਠੇ। ਪਟਿਆਲੇ ਵਿੱਚ ਤਾਂ ਉਹ ਇਹ ਵੀ ਸੋਚਦੇ ਆ ਕਿ ਸਟਾਰ ਪ੍ਰਚਾਰਕ ਉਹ ਖੁਦ ਰਹਿਣ, ਭਾਵੇਂ ਹੋਰ ਕੋਈ ਲੀਡਰ ਪਟਿਆਲੇ ਵਿੱਚ ਪ੍ਰਚਾਰ ਕਰਨ ਵਾਸਤੇ ਜਾਵੇ ਵੀ ਨਾ। ਕਾਂਗਰਸ ਦੇ ਅੰਦਰੂਨੀ ਸੂਤਰ ਇਹ ਵੀ ਦੱਸਦੇ ਨੇ ਕਿ ਮੁੱਖ ਮੰਤਰੀ ਦਾ ਇੱਕੋ ਇੱਕ ਨਿਸ਼ਾਨਾ ਇਹ ਹੈ ਕਿ ਅਗਲੀਆਂ ਚੋਣਾਂ ਵਿੱਚ ਉਹ ਸਫਲ ਹੋਣ, ਕਾਂਗਰਸ ਪਾਰਟੀ ਜਿੱਤੇ ਅਤੇ ਤੀਸਰੀ ਵਾਰ ਉਹ ਮੁੱਖ ਮੰਤਰੀ ਦੇ ਅਹੁਦੇ ਦੀ ਫੇਰ ਸਹੁੰ ਚੁੱਕਣ ਅਤੇ ਕਾਂਗਰਸ ਦੇ ਵਿੱਚ ਇੱਕ ਨਵਾਂ ਰਿਕਾਰਡ ਬਣਾਉਣ ਕਿ ਜੇਕਰ ਪੰਜਾਬ 'ਚ ਕੋਈ 3 ਵਾਰੀ ਕਾਂਗਰਸ ਦਾ ਮੁੱਖ ਮੰਤਰੀ ਬਣਿਆ ਤਾਂ ਉਹ ਕੈਪਟਨ ਅਮਰਿੰਦਰ ਸਿੰਘ ਬਣਿਆ। ਬੀਤੇ ਦਿਨੀ ਦੁਪਹਿਰ ਦੇ ਖਾਣੇ ਤੇ ਮੁੱਖ ਮੰਤਰੀ ਦੀ ਰਿਹਾਇਸ਼ ਤੇ ਬਹੁਤ ਸਾਰੇ ਕਾਂਗਰਸੀ ਲੀਡਰ ਵੀ ਪਹੁੰਚੇ। ਜਦੋਂ ਉਹਨਾਂ ਦੇ ਵਿਚਾਰ ਜਾਣਨੇ ਚਾਹੇ ਤਾਂ ਉਹਨਾਂ ਨੇ ਦੱਸਿਆ ਕਿ 2017 ਦੇ ਵਾਂਗ ਐਤਕੀ ਵੀ ਕੇਂਦਰ ਬਿੰਦੂ ਸਿਰਫ ਤੇ ਸਿਰਫ ਇੱਕੋ ਹੀ ਆਗੂ ਰਹੇਗਾ, ਉਹ ਹੋਵੇਗਾ ਕੈਪਟਨ ਅਮਰਿੰਦਰ। ਕਾਂਗਰਸ ਦਾ ਚੋਣ ਨਿਸ਼ਾਨ ਉਹ ਹੱਥ ਰਹੇਗਾ, ਪੰਜਾ ਰਹੇਗਾ। ਉਹ ਕਹਿੰਦੇ ਹਾਈ ਕਮਾਂਡ ਜਾਂ ਪੰਜਾਬ ਕਾਂਗਰਸ ਇਹਦੇ ਵਿੱਚ ਪਿਛਲੀ ਕਤਾਰ ਤੇ ਰਹਿਣਗੇ। ਫਿਰ ਅੱਗੇ ਕੌਣ ਹੋਊ? ਉਹਨਾਂ ਦੇ ਕਹਿਣ ਦੇ ਮੁਤਾਬਕ ਜਿਵੇਂ ਪਿਛਲੀ ਵਾਰੀ ਕੈਪਟਨ ਨੂੰ ਅੱਗੇ ਲਾ ਕੇ ਚੋਣ ਜਿੱਤੀ ਸੀ, ਇਹ ਕੈਪਟਨ ਖੇਮਾ ਆਖ ਰਿਹਾ ਹੈ, ਪਰ ਅਸਲ ਦੇ ਵਿੱਚ ਜ਼ਮੀਨੀ ਹਕੀਕਤ ਇਹ ਨਹੀਂ। ਸ਼ਾਇਦ ਕੈਪਟਨ ਦੇ ਮੂੰਹ ਨੂੰ ਪਿਛਲੀ ਵਾਰੀ ਜਿੱਤ ਨਸੀਬ ਹੋ ਗਈ, ਚੋਣਾਂ ਦੇ ਵਿੱਚ ਵੋਟਾਂ ਪੈ ਗਈਆਂ ਸੀ, ਪਰ ਐਤਕੀ ਸ਼ਾਇਦ ਇਹ ਨਾ ਹੋਵੇ। ਤੁਸੀਂ ਕਮੈਂਟ 'ਚ ਲਿਖ ਦਿਓ ਕਿ ਸੱਚਮੁੱਚ ਜੋ ਆ ਕੈਪਟਨ ਖੇਮਾ ਮਹਿਸੂਸ ਕਰ ਰਿਹਾ ਹੈ ਕਿ ਇੰਜ ਅਸਲ ਦੇ ਵਿੱਚ ਧਰਾਤਲ ਤੇ ਸਥਿਤੀ ਹੈ। ਇਹ ਸਾਰੇ ਹਿੰਦੂ ਕਾਰਡ ਦੀ ਖੇਡ ਵੀ ਖੇਡਣਾ ਚਾਹੁੰਦੇ ਆ, ਪਰ ਤਰਾਸਦੀ ਇਹ ਹੈ ਕਿ ਪਾਰਟੀ ਦੀ ਪਹਿਲਾਂ ਵਾਲੀ ਸਥਿਤੀ ਨਹੀਂ ਹੈ। ਤੇ ਮੌਜੂਦਾ ਜਿਹੜੇ ਪਾਰਟੀ ਪ੍ਰਧਾਨ ਨੇ ਸੁਨੀਲ ਜਾਖੜ, ਉਹਨਾਂ ਬਾਰੇ ਗੱਲ ਆਖੀ ਹੈ ਤਾਂ ਅਬੋਹਰ ਹਲਕੇ ਤੋਂ ਹਾਰਨ ਤੋਂ ਬਾਅਦ 2017 ਵਿੱਚ ਪਾਰਟੀ ਦਾ ਉਹਨਾਂ ਨੂੰ ਮੁਖੀ ਬਣਾਇਆ ਗਿਆ ਸੀ। ਉਹਦੇ ਤੋਂ ਬਾਅਦ ਲੋਕ ਸਭਾ ਚੋਣਾਂ ਜਦੋਂ ਗੁਰਦਾਸਪੁਰ ਦੇ ਵਿੱਚ ਉਹਨਾਂ ਨੂੰ ਲੜਾਈਆਂ ਗਈਆਂ ਤਾਂ ਉੱਥੋਂ ਵੀ ਉਹ ਹਾਰ ਗਏ। ਉਹਦੇ ਤੋਂ ਬਾਅਦ ਮਾਝੇ ਦੇ ਵੋਟਰਾਂ ਨੇ, ਤੁਹਾਨੂੰ ਪਤਾ ਹੈ ਕਿ ਭਾਵੇਂ ਉਹ ਪਾਰਲੀਮੈਂਟ ਦੀ ਚੋਣ ਸੀ ਜਾਂ ਪਹਿਲਾਂ ਚੋਣਾਂ ਦੇ ਵਿੱਚ, ਕੋਈ ਬਹੁਤਾ ਚੰਗੇ ਤਰੀਕੇ ਨਾਲ ਵੋਟਰਾਂ ਨੇ ਉਹਨਾਂ ਨੂੰ ਮੂੰਹ ਨਹੀਂ ਲਾਇਆ। ਹੁਣ ਦੂਸਰੇ ਪਾਸੇ ਨਵਜੋਤ ਸਿੰਘ ਸਿੱਧੂ ਨੇ, ਤੁਸੀਂ ਦੇਖੋ ਕਿ ਤਿੱਕੜੀ ਦੀ ਜੇ ਗੱਲ ਕਰੀਏ, ਹੁਣ ਕਾਂਗਰਸ ਦੇ ਪ੍ਰਧਾਨ ਨੇ ਪਰ ਚੋਣਾਂ 'ਚ ਉਹਨਾਂ ਨੇ ਹਾਰ ਖਾਧੀ ਹੈ। ਨਵਜੋਤ ਸਿੰਘ ਸਿੱਧੂ ਨੂੰ ਕੈਪਟਨ ਅਮਰਿੰਦਰ ਸਿੰਘ ਦੇਖਣਾ ਨਹੀਂ ਚਾਹੁੰਦੇ ਤੇ ਨਵਜੋਤ ਸਿੰਘ ਸਿੱਧੂ ਤੀਸਰੀ ਵਾਰੀ ਕੈਪਟਨ ਅਮਰਿੰਦਰ ਸਿੰਘ ਨੂੰ ਮੁੱਖ ਮੰਤਰੀ ਬਣਨ ਨਹੀਂ ਦੇਣਾ ਚਾਹੁੰਦਾ। ਕਿਸੇ ਵੀ ਹੀਲੇ ਵਸੀਲੇ ਉਹ ਕੈਪਟਨ ਦਾ ਇਹ ਸੁਪਨਾ ਪੂਰਾ ਨਹੀਂ ਹੋਣ ਦੇਣਾ ਚਾਹੁੰਦਾ। ਉਹਨਾਂ ਨੂੰ ਜਦੋਂ ਵੀ ਪੁੱਛਦੇ ਨੇ ਤਾਂ ਉਹ ਕਹਿੰਦੇ ਆ ਕਿ ਮੇਰਾ ਕੈਪਟਨ ਨਹੀਂ, ਮੇਰਾ ਕੈਪਟਨ ਦਿੱਲੀ ਹੈ। ਜਦੋਂ ਕੈਪਟਨ ਅਮਰਿੰਦਰ ਸਿੰਘ ਨੂੰ ਪੁੱਛਦੇ ਆ ਉਹ ਕਹਿੰਦੇ ਇਹਦੇ ਵਰਗੇ ਤਾਂ ਬਥੇਰੇ ਤੁਰੇ ਫਿਰਦੇ, ਇਹ ਤਾਂ ਕੱਲ੍ਹ ਆਇਆ, ਹਜੇ ਕੱਲ੍ਹ ਦਾ ਜਵਾਕ ਹੈ। ਪਰ ਬੀਤੇ ਦਿਨੀ ਨਵਜੋਤ ਸਿੰਘ ਸਿੱਧੂ ਨੇ ਪ੍ਰਿਯੰਕਾ ਗਾਂਧੀ ਦੇ ਰਾਹੀਂ ਰਾਹੁਲ ਗਾਂਧੀ ਦੇ ਜਵਾਬ ਦੇਣ ਤੋਂ ਬਾਅਦ ਮੁਲਾਕਾਤ ਕਰਕੇ ਦਿਖਾ ਦਿੱਤੀ, ਇਹ ਦੱਸ ਦਿੱਤਾ ਕਿ ਹਾਈ ਕਮਾਨ ਦੇ ਵਿੱਚ ਮੇਰੀ ਤੇਰੇ ਨਾਲੋਂ ਜ਼ਿਆਦਾ ਹੈ, ਕਿ ਕੈਪਟਨ ਅਮਰਿੰਦਰ ਸਿੰਘ ਤੂੰ ਦਿਨ ਭਰ ਉਡੀਕਦਾ ਰਿਹਾ ਸੀ, ਤੇਰੀ ਕਿਸੇ ਨੇ ਸਾਰ ਨਹੀਂ ਲਈ, ਤੈਨੂੰ ਖਾਲੀ ਹੱਥ ਪਰਤਣਾ ਪਿਆ। ਪਰ ਮੈਂ ਭਾਵੇਂ ਕੋਈ ਜਰੀਆ ਬਣਾਇਆ, ਇਹ ਤਾਂ ਖਬਰਾਂ ਮਿਲੀਆਂ ਸੀ ਨਾ ਕਿ ਨਵਜੋਤ ਸਿੰਘ ਸਿੱਧੂ ਦੀ ਵਕਾਲਤ ਕਰਦੀ ਰਹੀ ਪ੍ਰਿਯੰਕਾ ਗਾਂਧੀ। ਪਹਿਲਾਂ ਉਹ ਰਾਹੁਲ ਦੇ ਘਰ ਜਾਂਦੀ ਹੈ, ਫਿਰ ਸਿੱਧੂ ਨੂੰ ਮਿਲਦੀ ਹੈ, ਫਿਰ ਰਾਹੁਲ ਨੂੰ ਲੈ ਕੇ ਸੋਨੀਆ ਕੋਲ ਜਾਂਦੀ ਹੈ, ਫਿਰ ਤਿੰਨੇ ਹੀ ਰਾਹੁਲ ਦੇ ਘਰ ਆਉਂਦੇ ਨੇ। ਉਹਦੇ ਤੋਂ ਬਾਅਦ ਰਾਹੁਲ ਅਤੇ ਪ੍ਰਿਯੰਕਾ ਨਵਜੋਤ ਸਿੰਘ ਸਿੱਧੂ ਨੂੰ ਮਿਲਦੇ ਨੇ ਤੇ ਗੱਲ ਵੀ ਲੰਬੀ ਚੌੜੀ ਹੁੰਦੀ ਹੈ। ਪਰ ਕੈਪਟਨ ਅਮਰਿੰਦਰ ਨੇ ਆਪਣੇ ਖੇਮੇ ਨੂੰ ਮਜ਼ਬੂਤ ਕਰਨ ਦੇ ਵਾਸਤੇ ਜਦੋਂ ਦਿੱਲੀ ਵਿੱਚ ਨਵਜੋਤ ਸਿੰਘ ਸਿੱਧੂ ਇੱਕ ਮੁਲਾਕਾਤ ਕਰਨ ਦੇ ਵਿੱਚ ਸਫਲ ਹੋ ਗਏ ਤਾਂ ਉਹਨਾਂ ਨੇ ਲੰਚ ਡਿਪਲੋਮੇਸੀ ਵਾਲਾ ਪੱਤਾ ਖੇਡਿਆ। ਪਰ ਹੁਣ ਦੇਖਣਾ ਹੋ ਕਿ ਇਸ ਡਿਪਲੋਮੇਸੀ ਵਿੱਚ ਕੈਪਟਨ ਅਮਰਿੰਦਰ ਕਾਮਯਾਬ ਹੁੰਦੇ ਆ ਜਾਂ ਫਿਰ ਉਹਨਾਂ ਨੂੰ ਸਿੱਧੂ ਚਿੱਤ ਕਰਦਾ ਹੈ। ਪਰ ਇਹ ਗੱਲ ਜੱਗ ਜ਼ਾਹਰ ਹੈ ਕਿ ਸਿੱਧੂ ਨੂੰ ਕੈਪਟਨ ਨਹੀਂ ਦੇਖਣਾ ਚਾਹੁੰਦਾ, ਕੈਪਟਨ ਸਿੱਧੂ ਨੂੰ ਦੇਖਣਾ ਨਹੀਂ ਚਾਹੁੰਦੇ। ਉਹ ਤੀਸਰੀ ਵਾਰੀ ਮੁੱਖ ਮੰਤਰੀ ਬਣਨਾ ਚਾਹੁੰਦੇ ਆ ਤੇ ਨਵਜੋਤ ਸਿੰਘ ਸਿੱਧੂ ਇਹ ਗੱਲ ਉਹਨੂੰ ਗਵਾਰਾ ਨਹੀਂ। ਤੇ ਹਲੇ ਪੰਜਾਬ ਵਾਲਾ ਮਸਲਾ ਨਹੀਂ ਹੱਲ ਹੋਇਆ। ਪੰਜਾਬ ਦਾ ਗਵਾਂਢੀ ਸੂਬਾ ਹੈ ਹਰਿਆਣਾ, ਹਰਿਆਣੇ ਵਿੱਚ ਵੀ ਕਾਂਗਰਸ ਦਾ ਧਮਾਕਾ ਹੋ ਗਿਆ। ਹੁਣ ਉਹ ਹੱਲ ਕਿਵੇਂ ਕਰਦੇ ਨੇ? ਹਰਿਆਣਾ ਕਾਂਗਰਸ ਦੇ ਵਿੱਚ ਨਵੀਆਂ ਮੁਸ਼ਕਲਾਂ ਖੜੀਆਂ ਹੋ ਗਈਆਂ ਨੇ। ਹਰਿਆਣਾ ਕਾਂਗਰਸ ਤੇ ਪਤਾ ਲੱਗਿਆ ਕਿ 19 ਵਿਧਾਇਕਾਂ ਨੇ ਕਾਂਗਰਸ ਇੰਚਾਰਜ ਵਿਵੇਕ ਬੰਸਲ ਦੇ ਨਾਲ ਮੁਲਾਕਾਤ ਕਰਕੇ ਕੁਮਾਰੀ ਸ਼ੈਲਜਾ ਨੂੰ
ਪ੍ਰਧਾਨਗੀ ਤੇ ਅਹੁਦੇ ਤੋਂ ਹਟਾਉਣ ਦੀ ਮੰਗ ਰੱਖ ਦਿੱਤੀ ਹੈ। ਵਿਧਾਇਕਾਂ ਨੇ ਆਪਣੇ ਇੰਚਾਰਜ ਨੂੰ ਆਖ ਦਿੱਤਾ ਕਿ ਕੁਮਾਰੀ ਸ਼ੈਲਜਾ ਦੀ ਥਾਂ ਤੇ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਨੂੰ ਹਰਿਆਣੇ ਦਾ ਸੂਬਾ ਪ੍ਰਧਾਨ ਬਣਾਇਆ ਜਾਵੇ। ਬਡਾਲੀ ਦੇ ਵਿਧਾਇਕ ਨੇ ਕੁਲਦੀਪ ਕੁਵਤਸ, ਉਹਨਾਂ ਨੇ ਆਖਿਆ ਕਿ ਅਸੀਂ ਆਪਣੇ ਦਿਲ ਦੀ ਗੱਲ ਦੱਸ ਦਿੱਤੀ ਹੈ। ਭੁਪਿੰਦਰ ਸਿੰਘ ਹੁੱਡਾ ਦੀ ਅਗਵਾਈ ਦੇ ਹੇਠ ਅਗਲੀਆਂ ਚੋਣਾਂ ਲੜੀਆਂ ਜਾਣ। ਦੀਪੇਂਦਰ ਹੁੱਡਾ ਵੀ ਸਾਡੇ ਨੇਤਾ ਨੇ। ਪਾਰਟੀ ਵਿੱਚੋਂ ਕਹਿੰਦੇ ਲੜਾਈ ਕੋਈ ਨਹੀਂ। ਦਰਅਸਲ ਹਰਿਆਣਾ ਵਿੱਚ ਕਾਂਗਰਸ ਦੇ 31 ਵਿਧਾਇਕ ਨੇ। ਜੇ ਸੂਤਰਾਂ ਦੀ ਮੰਨੀਏ ਉਹਨਾਂ ਅਨੁਸਾਰ ਉਹਨਾਂ ਦੇ ਵਿੱਚੋਂ 23 ਨੇ ਇੰਚਾਰਜ ਬਾਂਸਲ ਨੂੰ ਮਿਲਣ ਲਈ ਸਮਾਂ ਮੰਗਿਆ ਸੀ, ਪਰ ਸਿਰਫ 19 ਵਿਧਾਇਕ ਹੀ ਦਿੱਲੀ ਪਹੁੰਚੇ। ਇਸ ਤੇ ਕੁਮਾਰੀ ਸ਼ੈਲਜਾ ਦੇ ਨਜ਼ਦੀਕੀ ਸੂਤਰਾਂ ਨੇ ਦੱਸਿਆ ਕਿ ਅਜਿਹਾ ਕਰਕੇ ਹੁਣ ਹੁੱਡਾ ਭਾਜਪਾ ਦੇ ਦਰਅਸਲ ਹੱਥ ਮਜ਼ਬੂਤ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਅਤੇ ਉਹਨਾਂ ਇਹ ਵੀ ਕਿਹਾ ਕਿ ਇਹ ਉਹੀ ਹੁੱਡਾ ਨੇ ਜਿਹੜੇ ਕਾਂਗਰਸ ਦੇ ਵਿੱਚ ਇੱਕ ਬਾਗੀ ਗਰੁੱਪ ਹੈ ਜਿਸ ਨੂੰ G23 ਆਖਿਆ ਜਾਂਦਾ ਹੈ। ਇਹ ਕਹਿੰਦੇ ਉਹਨਾਂ ਚੋਂ ਇੱਕ ਨੇ। ਕੁਮਾਰੀ ਸ਼ੈਲਜਾ ਦੇ ਨਜ਼ਦੀਕੀ ਸੂਤਰ ਇਹ ਵੀ ਦੱਸਦੇ ਨੇ ਕਿ ਜਲਦੀ ਹੀ ਸੂਬਾ ਸੰਗਠਨ ਦੇ ਵਿੱਚ ਕੁਝ ਤਬਦੀਲੀਆਂ ਹੋਣ ਜਾ ਰਹੀਆਂ ਨੇ ਅਤੇ ਹੁੱਡਾ ਦੀ ਥਾਂ ਆਪਣੇ ਲੋਕਾਂ ਦੇ ਨਾਂ ਦੇਣ ਦੀ ਬਜਾਏ ਇਹ ਬਗਾਵਤ ਕਰਕੇ ਇਹ ਕੰਮ ਕਰ ਰਹੇ ਨੇ। ਉਹਨਾਂ ਨੂੰ ਡਰ ਹੈ ਕਿ ਸੰਗਠਨ ਦੇ ਵਿੱਚ ਨਵੀਂ ਤਬਦੀਲੀ ਦੇ ਵਿੱਚ ਕਿਤੇ ਉਹਨਾਂ ਦੀ ਪਕੜ ਢਿੱਲੀ ਨਾ ਪੈ ਜਾਏ, ਕਿਤੇ ਕਮਜ਼ੋਰ ਨਾ ਹੋ ਜਾਣ। ਹਾਲਾਂਕਿ ਇਹ 19 ਵਿਧਾਇਕ ਅਗਲੇ ਮਹੀਨੇ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਤੇ ਬਾਅਦ ਦੇ ਵਿੱਚ ਰਾਹੁਲ ਗਾਂਧੀ ਨੂੰ ਮਿਲ ਕੇ ਇਹ ਮੰਗ ਕਰਦੇ ਆ ਜਾਂ ਨਹੀਂ, ਇਹ ਸਮਾਂ ਦੱਸੇਗਾ। ਦਰਅਸਲ ਹਰਿਆਣਾ ਦੇ ਵਿੱਚ ਜਾਟ ਬਨਾਮ ਹੋਰ ਜਾਤੀਆਂ ਦੇ ਵਿਚਕਾਰ ਅਕਸਰ ਟਕਰਾਅ ਰਹਿੰਦਾ ਹੈ। ਇਹ ਕਿਸ ਤੋਂ ਲੁਕਿਆ ਛਿਪਿਆ ਨਹੀਂ। ਇਹ ਵੀ ਇੱਥੇ ਗੱਲ ਦੱਸਣ ਵਾਲੀ ਹੈ ਕਿ ਹੁੱਡਾ ਇੱਕ ਵੱਡੇ ਜਾਟ ਲੀਡਰ ਨੇ ਅਤੇ ਕੁਮਾਰੀ ਸ਼ੈਲਜਾ ਕਾਂਗਰਸ ਦਾ ਇੱਕ ਪ੍ਰਭਾਵਸ਼ਾਲੀ ਦਲਿਤ ਚਿਹਰਾ ਨੇ। ਹੁੱਡਾ ਇੱਕ ਸਾਬਕਾ ਮੁੱਖ ਮੰਤਰੀ ਨੇ, ਜਦੋਂ ਕਿ ਕੁਮਾਰੀ ਸ਼ੈਲਜਾ ਇੱਕ ਸਾਬਕਾ ਕੇਂਦਰੀ ਮੰਤਰੀ ਨੇ ਅਤੇ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਦੇ ਇੱਕ ਭਰੋਸੇਯੋਗ ਵੀ ਨਾਲੋਂ ਨਾਲ ਮੰਨੇ ਜਾਂਦੇ ਨੇ। ਪਰ ਹੁਣ ਜੇ 31 ਚੋਂ 19 ਹਰਿਆਣਾ ਦੇ ਕਾਂਗਰਸ ਇੰਚਾਰਜ ਨੂੰ ਇਹ ਜਾ ਕੇ ਕਹਿੰਦੇ ਹੈ ਕਿ ਸਾਨੂੰ ਕੁਮਾਰੀ ਸ਼ੈਲਜਾ ਨਹੀਂ ਤੇ ਸਾਨੂੰ ਭੁਪਿੰਦਰ ਹੁੱਡਾ ਚਾਹੀਦੇ ਨੇ, ਵੇਖਦੇ ਹਾਂ। ਆਪਣੇ ਦਿਲ ਦੀ ਗੱਲ ਦੱਸਿਆ ਹੀ ਹੈ। ਪਹਿਲਾਂ ਰਾਜਸਥਾਨ ਵਾਲਾ ਮਸਲਾ ਹੱਲ ਨਹੀਂ ਹੋਇਆ, ਪੰਜਾਬ ਵਾਲਾ ਕਾਟੋ ਕਲੇਸ਼ ਹੱਲ ਨਹੀਂ ਹੋਇਆ ਤੇ ਆਹ ਹਰਿਆਣੇ ਵਿੱਚ ਕਲੇਸ਼ ਸਾਹਮਣੇ ਆ ਗਿਆ। ਵੇਖਦੇ ਹਾਂ ਕਿ ਹਾਈ ਕਮਾਨ ਕਿਹਨੂੰ ਪ੍ਰਾਇੋਰਟੀ ਤੇ ਰੱਖਦੀ ਹੈ ਤੇ ਕਿਹਨੂੰ ਲੱਕੜ ਦਾ ਮੁੰਡਾ ਦੇ ਕੇ ਚੁੱਪ ਕਰਾਉਂਦੀ ਹੈ। ਅਗਲੀ ਜਿਹੜੀ ਖਬਰ ਹੈ ਇਹ ਕਿਸਾਨੀ ਅੰਦੋਲਨ ਦੇ ਨਾਲ ਜੁੜੀ ਖਬਰ ਹੈ ਤੇ ਕੇਂਦਰ ਦੇ ਬਣਾਏ 3 ਕਾਨੂੰਨਾਂ ਨਾਲ ਜੁੜੀ ਖਬਰ ਹੈ। ਸਾਬਕਾ ਕੇਂਦਰੀ ਖੇਤੀਬਾੜੀ ਮੰਤਰੀ ਅਤੇ ਨੈਸ਼ਨਲਿਸਟ ਕਾਂਗਰਸ ਪਾਰਟੀ ਭਾਵ NCP ਦੇ ਮੁਖੀ ਨੇ ਸ਼ਰਦ ਪਵਾਰ ਬੀਤੇ ਕੁਝ ਦਿਨ ਪਹਿਲਾਂ ਉਹਨਾਂ ਨੇ ਕਈ ਮੀਟਿੰਗਾਂ ਵੀ ਕੀਤੀਆਂ। ਕਹਿੰਦੇ ਸੀ ਅਸੀਂ ਕਿਸਾਨੀ ਮੁੱਦੇ ਦੇ ਉੱਤੇ ਹੀ ਮੀਟਿੰਗਾਂ ਕੀਤੀਆਂ ਨੇ, ਪਰ ਮੈਂ ਉਹਨਾਂ ਦਿਨਾਂ ਵਿੱਚ ਆਖਿਆ ਸੀ ਕਿ ਕਿਸਾਨੀ ਮੁੱਦੇ ਤੇ ਨਹੀਂ। ਇਹ ਤਾਂ ਕੇਂਦਰ ਸਰਕਾਰ ਦੇ ਖਿਲਾਫ ਆਪਣੇ ਕਿਸੇ ਮੋਰਚੇ ਦੀ ਤਿਆਰੀ 'ਚ ਨੇ, ਕਿਉਂਕਿ ਉਹ ਇਸ਼ਾਰਾ ਇਸ ਕਰਕੇ ਸੀ ਕਿ ਉਹ ਪ੍ਰਸ਼ਾਂਤ ਕਿਸ਼ੋਰ ਵੀ ਸ਼ਾਮਲ ਹੁੰਦੇ ਰਹੇ। ਪਰ ਹੁਣ ਸ਼ਰਦ ਪਵਾਰ ਨੇ ਕੇਂਦਰ ਵੱਲੋਂ 3 ਵਿਵਾਦ ਜਿਹੜੇ ਖੇਤੀ ਕਾਨੂੰਨ ਨੇ ਉਹਨਾਂ ਲਈ ਇੱਕ ਵਿਵਾਦਤ ਬਿਆਨ ਦੇ ਦਿੱਤਾ, ਜਿਹੜਾ ਸੰਯੁਕਤ ਕਿਸਾਨ ਮੋਰਚਾ ਤੇ ਕਿਸਾਨ ਆਗੂ ਨੇ ਮੁੱਢੋਂ ਰੱਦ ਕਰ ਦਿੱਤਾ ਹੈ। ਇਹਨਾਂ ਖੇਤੀ ਕਾਨੂੰਨਾਂ ਨੂੰ ਸ਼ਰਦ ਪਵਾਰ ਕਹਿੰਦੇ ਮੁਕੰਮਲ ਰੂਪ ਦੇ ਵਿੱਚ ਰੱਦ ਕਰਨ ਦੀ ਥਾਂ ਇਹਨਾਂ ਦੇ ਵਿੱਚ ਲੋੜੀਂਦੀਆਂ ਸੋਧਾਂ ਦੀ ਕਿੱਥੇ ਤੌਰ ਤੇ ਵਕਾਲਤ ਕੀਤੀ ਹੈ। ਉਹਨਾਂ ਨੇ ਉਹ ਕਹਿੰਦੇ ਇਹ ਕਰ ਦੇਣੇ ਚਾਹੀਦੇ ਆ। ਇਹ ਜਦੋਂ ਉਹਨਾਂ ਦਾ ਬਿਆਨ ਆ ਗਿਆ ਕਿ ਰੱਦ ਕਰਨ ਦੀ ਬਜਾਏ ਕਥਿਤ ਸੋਧਾਂ ਕਰ ਦਿੱਤੀਆਂ ਜਾਣ, ਇਹ ਬਿਆਨ ਆਉਣ ਤੋਂ ਬਾਅਦ ਕੇਂਦਰ ਦੀ ਭਾਜਪਾ ਸਰਕਾਰ ਨੇ ਉਹਨਾਂ ਦੇ ਇਸ ਬਿਆਨ ਦਾ ਸਵਾਗਤ ਕਰ ਦਿੱਤਾ ਹੈ ਤੇ ਦੂਸਰੇ ਪਾਸੇ ਸੰਯੁਕਤ ਕਿਸਾਨ ਮੋਰਚਾ ਦੇ ਆਗੂਆਂ ਸਮੇਤ ਹੋਰ ਕਿਸਾਨ ਜਥੇਬੰਦੀਆਂ ਦੀ ਇਹਦੇ ਉੱਤੇ ਤਿੱਖੀ ਪ੍ਰਤੀਕਿਰਿਆ ਆ ਗਈ ਹੈ ਤੇ ਇਸ ਤਿੱਖੀ ਪ੍ਰਤੀਕਿਰਿਆ ਤੋਂ ਬਾਅਦ ਸ਼ਰਦ ਪਵਾਰ ਨੇ ਆਪਣਾ ਬਚਾਅ ਕੀਤਾ। ਬਚਾਅ ਕਰਦਿਆਂ ਕਿਹਾ ਕਿ ਖੇਤੀ ਕਾਨੂੰਨਾਂ 'ਚ ਸੋਧ ਸੰਬੰਧੀ ਬਿਆਨ ਕੇਂਦਰ ਦੇ 3 ਵਿਵਾਦਤ ਕਾਨੂੰਨਾਂ ਬਾਰੇ ਨਹੀਂ, ਬਲਕਿ ਸੂਬਾਈ ਕਾਨੂੰਨਾਂ ਵਿੱਚ ਤਜਵੀਜ਼ਤ ਜਿਹੜਾ ਫੇਰ ਬਦਲਾ ਉਹਦੇ ਬਾਬਤ ਸੀ। ਹੁਣ ਸੰਯੁਕਤ ਕਿਸਾਨ ਮੋਰਚੇ ਨੇ ਸਾਫ਼ ਕਰ ਦਿੱਤਾ ਹੈ ਕਿ ਉਹਨਾਂ ਨੂੰ ਖੇਤੀ ਕਾਨੂੰਨਾਂ ਤੇ ਲੀਕ ਮਾਰੇ ਜਾਣ ਤੋਂ ਘੱਟ ਕੁਝ ਵੀ ਮਨਜ਼ੂਰ ਨਹੀਂ। ਮੋਰਚੇ ਨੇ ਨਾਲ ਚੇਤਾਵਨੀ ਵੀ ਦੇ ਦਿੱਤੀ ਹੈ ਕਿ ਕਿਸਾਨੀ ਅੰਦੋਲਨ ਨੂੰ ਢਾਹ ਲਾਉਣ ਅਤੇ ਖੇਤੀ ਕਾਨੂੰਨਾਂ ਦੀ ਤਰਫਦਾਰੀ ਕਰਨ ਵਾਲੀ ਸਿਆਸੀ ਧਿਰ ਭਾਵੇਂ ਕੋਈ ਵੀ ਹੋਵੇ, ਉਹਦਾ ਭਾਜਪਾ ਦੇ ਵਾਂਗ ਵਿਰੋਧ ਕੀਤਾ ਜਾਏਗਾ, ਯਕੀਨਨ ਕੀਤਾ ਜਾਏਗਾ। ਦੱਸਣਾ ਬਣਦਾ ਹੈ ਕਿ ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਤੋਮਰ ਨੇ ਵੀ ਪੱਤਰਕਾਰਾਂ ਦੇ ਕੋਲ ਹੁਣੇ ਫਿਰ ਦਾਅਵਾ ਕਰ ਦਿੱਤਾ ਹੈ ਕਿ ਭਾਰਤ ਦੇ ਸਿਖਰਲੇ ਆਗੂਆਂ ਦੇ ਵਿੱਚ ਸ਼ੁਮਾਰ ਨੇ ਸ਼ਰਦ ਪਵਾਰ। ਸ਼ਰਦ ਪਵਾਰ ਨੇ ਇਹ ਕਹਿੰਦਿਆਂ ਇਹਨਾਂ ਕਾਨੂੰਨਾਂ ਦੀ ਹਮਾਇਤ ਕੀਤੀ ਹੈ ਕਿ ਇਹਨਾਂ ਕਾਨੂੰਨਾਂ ਨੂੰ ਬਦਲਣ ਦੀ ਕੋਈ ਲੋੜ ਨਹੀਂ, ਸਗੋਂ ਇਹਦੇ ਵਿੱਚ ਕੁਝ ਸ਼ਰਤਾਂ ਨੇ ਜਿਹੜੀਆਂ ਜਾਂ ਜਿਨ੍ਹਾਂ ਦੇ ਉੱਤੇ ਉਜਰ ਹੈ ਉਹਨਾਂ ਦੇ ਵਿੱਚ ਸੋਧ ਕੀਤੀ ਜਾ ਸਕਦੀ ਹੈ। ਕਿਸਾਨ ਆਗੂ ਬਲਵੀਰ ਸਿੰਘ ਰਾਜੇਵਾਲ ਨੇ ਆਖ ਦਿੱਤਾ ਹੈ ਕਿ ਖੇਤੀ ਕਾਨੂੰਨਾਂ ਦੀ ਵਾਪਸੀ ਤੋਂ ਘੱਟ
ਕਿਸਾਨਾਂ ਦੀ ਕੋਈ ਵੀ ਹੋਰ ਮੰਗ ਨਹੀਂ ਜਾਂ ਇਹਦੇ ਤੋਂ ਘੱਟ ਸਾਨੂੰ ਹੋਰ ਕੁਝ ਮਨਜ਼ੂਰ ਨਹੀਂ। ਉਹਨਾਂ ਕਿਹਾ ਕਿ ਸ਼ਰਦ ਪਵਾਰ ਅਤੇ ਮੁਲਕ ਦੇ ਹੋਰਨਾਂ ਆਗੂਆਂ ਨੂੰ ਕਿਸਾਨੀ ਅੰਦੋਲਨ ਤੇ ਮਾੜਾ ਅਸਰ ਪਾਉਣ ਵਾਲੀਆਂ ਗੱਲਾਂ ਤੋਂ ਬਿਆਨਾਂ ਤੋਂ ਗੁਰੇਜ਼ ਕਰਨਾ ਚਾਹੀਦਾ ਹੈ। ਨਾਲ ਰਾਜੇਵਾਲ ਹੋਰਾਂ ਨੇ ਚੇਤਾਵਨੀ ਵੀ ਦਿੱਤੀ ਹੈ ਕਿ ਕਿਸੇ ਵੀ ਸਿਆਸੀ ਧਿਰ ਨੇ ਜੇਕਰ ਅੰਦੋਲਨ ਨੂੰ ਢਾਹ ਲਾਉਣ ਦਾ ਯਤਨ ਕੀਤਾ ਜਾਂ ਫਿਰ ਕਾਨੂੰਨਾਂ ਦੀ ਤਰਫਦਾਰੀ ਕੀਤੀ ਤਾਂ ਉਹਨਾਂ ਦਾ ਵੀ ਭਾਜਪਾ ਦੇ ਵਾਂਗ ਵਿਰੋਧ ਕੀਤਾ ਜਾਏਗਾ। ਹੁਣ ਭਾਵੇਂ ਉਹਨਾਂ ਨੇ ਆਖਿਆ ਕਿ ਅਸੀਂ ਤਾਂ ਆਪਣੇ ਸੂਬੇ ਦੇ ਵਿੱਚ ਜਦੋਂ ਵਿਧਾਨ ਸਭਾ ਦੇ ਵਿੱਚ ਆ ਕਾਨੂੰਨਾਂ ਦੇ ਬਾਬਤ ਗੱਲ ਕਰ ਰਹੇ ਸੀ, ਪਰ ਭਾਵੇਂ ਕੁਝ ਵੀ ਕਹੇ ਸ਼ਰਦ ਪਵਾਰ ਨੇ ਇਸ਼ਾਰਾ ਕੇਂਦਰੀ ਕਾਨੂੰਨਾਂ ਵੱਲ ਕੀਤਾ ਸੀ। ਤੇ ਹੁਣ ਅਗਲੀ ਖਬਰ ਇਹ ਵੀ ਖੇਤੀ ਕਾਨੂੰਨਾਂ ਨਾਲ ਸੰਬੰਧਿਤ ਖਬਰ ਹੈ। ਲੱਖਾ ਸਿਧਾਣਾ 26 ਜਨਵਰੀ ਨੂੰ ਤੁਹਾਨੂੰ ਚੇਤਾ ਹੋਣਾ ਹੈ ਕਿ ਲਾਲ ਕਿਲ੍ਹਾ ਹਿੰਸਾ ਮਾਮਲੇ ਦੇ ਵਿੱਚ ਮੁਲਜ਼ਮ ਲੱਖਾ ਸਿਧਾਣਾ ਉਹ ਨਾਮਜ਼ਦ ਕੀਤੇ ਹੋਏ ਨੇ ਤੇ ਦਿੱਲੀ ਦੀ ਜਿਹੜੀ ਕ੍ਰਾਈਮ ਬ੍ਰਾਂਚ ਹੈ ਉਹ ਲੱਭਦੀ ਫਿਰਦੀ ਸੀ ਤੇ ਬਾਅਦ ਦੇ ਵਿੱਚ ਅਦਾਲਤ ਨੇ ਉਹਨਾਂ ਦੀ ਗ੍ਰਿਫਤਾਰੀ ਤੇ ਰੋਕ ਲਾ ਦਿੱਤੀ ਸੀ। ਹੁਣ ਪਤਾ ਲੱਗਿਆ ਕਿ ਦਿੱਲੀ ਦੀ ਜਿਹੜੀ ਕ੍ਰਾਈਮ ਬ੍ਰਾਂਚ ਆ ਉਹਨਾਂ ਨੇ ਪੁੱਛਗਿੱਛ ਕੀਤੀ ਹੈ ਲੱਖਾ ਸਿਧਾਣਾ ਤੋਂ। ਲਗਭਗ ਦੁਪਹਿਰ ਬਾਅਦ 2 ਵਜੇ ਅਪਰਾਧ ਸ਼ਾਖਾ ਦੇ ਦਫ਼ਤਰ ਪਹੁੰਚੇ ਲੱਖਾ ਸਿਧਾਣਾ ਤੇ ਲਗਭਗ 4 ਘੰਟਿਆਂ ਤੱਕ ਉਹਨਾਂ ਤੋਂ ਪੁੱਛਗਿੱਛ ਕੀਤੀ ਗਈ ਤੇ ਉਸ ਵਕਤ ਉਹਨਾਂ ਦੇ ਵਕੀਲ ਵੀ ਨਾਲ ਸੀ ਤੇ ਪੁਲਿਸ ਦੇ ਵੱਲੋਂ ਉਹਨਾਂ ਨੂੰ ਦੁਬਾਰਾ ਪੁੱਛਗਿੱਛ ਵਾਸਤੇ ਅਪਰਾਧ ਸ਼ਾਖਾ ਦੇ ਦਫ਼ਤਰ ਦੇ ਵਿੱਚ ਬੁਲਾਇਆ ਜਾ ਸਕਦਾ ਹੈ। ਇਸ ਤੋਂ ਪਹਿਲਾਂ ਲੱਖਾ ਸਿਧਾਣਾ ਦਿੱਲੀ ਦੇ ਗੁਰਦੁਆਰਾ ਸਾਹਿਬ ਨਤਮਸਤਕ ਹੁੰਦੇ ਨਜ਼ਰ ਆਏ ਸੀ ਤੇ ਉਹਨਾਂ ਦੇ ਨਾਲ ਕਮੇਟੀ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਵੀ ਨਜ਼ਰ ਆ ਰਹੇ ਸੀ। ਬੰਗਲਾ ਸਾਹਿਬ ਮੱਥਾ ਟੇਕਿਆ ਸੀ, ਅਰਦਾਸ ਕੀਤੀ ਸੀ ਤੇ ਫਿਰ ਸਿੱਧੇ ਰੋਹਿਣੀ ਸਥਿਤ ਪ੍ਰਸ਼ਾਂਤ ਵਿਹਾਰ ਕ੍ਰਾਈਮ ਬ੍ਰਾਂਚ ਦੇ ਦਫ਼ਤਰ ਪਹੁੰਚੇ ਸੀ। ਤੇ ਇਹ ਵੀ ਦੱਸਣਾ ਬਣਦਾ ਹੈ ਕਿ ਲੱਖਾ ਸਿਧਾਣਾ ਦੇ ਸਿਰ ਦੇ ਉੱਤੇ 1 ਲੱਖ ਰੁਪਏ ਦਾ ਦਿੱਲੀ ਪੁਲਿਸ ਦੇ ਵੱਲੋਂ ਇਨਾਮ ਰੱਖਿਆ ਹੋਇਆ ਸੀ। ਲੱਖਾ ਇਹ ਵੀ ਜਾਣਦਾ ਸੀ ਕਿ ਹੁਣ ਦਿੱਲੀ ਪੁਲਿਸ ਨੂੰ ਗ੍ਰਿਫਤਾਰ ਨਹੀਂ ਕਰ ਸਕਦੀ। ਉਹ ਜਾਂਚ ਵਿੱਚ ਸ਼ਾਮਲ ਹੋਣ ਵਾਸਤੇ ਆਪ ਗਏ ਕਿਉਂਕਿ ਲੱਖਾ ਸਿਧਾਣਾ ਦੀ ਗ੍ਰਿਫਤਾਰੀ ਤੇ ਮਾਨਯੋਗ ਅਦਾਲਤ ਨੇ 16 ਜੁਲਾਈ ਤੱਕ ਰੋਕ ਲਗਾਈ ਹੋਈ ਹੈ। ਸੋ ਵੇਖਦੇ ਹਾਂ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਦੁਬਾਰਾ ਲੱਖਾ ਸਿਧਾਣਾ ਨੂੰ ਪੁੱਛਗਿੱਛ ਵਾਸਤੇ ਸੱਦਿਆ ਜਾਂਦਾ ਹੈ। ਜੇ ਨਾ, ਇਹ ਆਉਣ ਵਾਲਾ ਸਮਾਂ ਦੱਸੇਗਾ। ਪਰ ਉਹ ਇੱਕ ਵਾਰੀ ਜਾਂਚ ਵਿੱਚ ਜਾ ਕੇ ਤੇ 4 ਘੰਟਿਆਂ ਤੱਕ ਪੁੱਛਗਿੱਛ ਵਿੱਚ ਉਹ ਸਾਥ ਪੁਲਿਸ ਦਾ ਦੇ ਰਹੇ ਹੈ। ਸੋ ਹੁਣ ਇੱਕ ਖਾਸ ਗੱਲਬਾਤ ਹੈ ਇੰਸ਼ੋਰੈਂਸ ਸੰਬੰਧੀ। ਥਿੰਕ ਇੰਸ਼ੋਰੈਂਸ ਤੇ ਪਰਮਿੰਦਰ ਥਿੰਦ ਹੋਰਾਂ ਤੋਂ ਕੁਝ ਕੁ ਗੱਲਾਂ ਬਾਤਾਂ ਇੰਸ਼ੋਰੈਂਸ ਲੈਣ ਤੋਂ ਪਹਿਲਾਂ ਕਿਹੜੀਆਂ ਗੱਲਾਂ ਦਾ ਖਾਸ ਖਿਆਲ ਰੱਖਿਆ ਜਾਵੇ, ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ। ਥਿੰਕ ਇੰਸ਼ੋਰੈਂਸ ਤੇ ਆਏ ਹੋਏ ਆ ਪਰਮਿੰਦਰ ਥਿੰਦ ਸਾਹਿਬ ਸਾਡੇ ਨਾਲ ਨੇ। ਥਿੰਦ ਸਾਹਿਬ ਜੀ ਆਨ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਬੈਰਵਾਲ ਸਾਹਿਬ। ਅਕਸਰ ਆਪਾਂ ਵੇਖਦੇ ਹਾਂ ਕਿ ਹੁਣ ਤਾਂ ਲਗਭਗ ਸਾਲ 1.5 ਸਾਲ ਹੋ ਚੱਲਿਆ, ਲੋਕਾਂ ਦਾ ਜਾਣ ਆਉਣ ਘਟਿਆ ਹੋਇਆ, ਪਰ ਹਾਲੇ ਵੀ ਬਹੁਤ ਸਾਰੇ ਲੋਕ ਨੇ ਉਹ ਕਾਲੇ ਹੋਏ ਪਏ ਨੇ ਕਿ ਜਾਈਏ ਆਈਏ। ਕਈਆਂ ਨੇ ਆਉਣਾ ਹੁੰਦਾ ਤੇ ਕਈਆਂ ਨੇ ਜਾਣਾ ਹੁੰਦਾ। ਇਹ ਦੱਸੋ ਜੀ ਕਿ ਸੁਪਰ ਵੀਜ਼ੇ ਦੀ ਇੰਸ਼ੋਰੈਂਸ ਕਿਵੇਂ ਵਰਕਆਊਟ ਹੁੰਦੀ ਹੈ? ਦੇਖੋ ਜੀ, ਸੁਪਰ ਵੀਜ਼ਾ ਹੈਗਾ ਜੀ $1 ਲੱਖ ਦੀ ਰਿਕੁਆਇਰਮੈਂਟ ਹੈ ਕੈਨੇਡੀਅਨ ਗਵਰਨਮੈਂਟ ਦੀ। ਜੇ ਆਪਾਂ ਆਪਦੇ ਪੇਰੈਂਟਸ ਜਾਂ ਗ੍ਰੈਂਡ ਪੇਰੈਂਟਸ ਨੂੰ ਲੈ ਕੇ ਆਉਣਾ ਇੱਥੇ ਕੈਨੇਡਾ 'ਚ ਅਪਲਾਈ ਕਰਨਾ, ਹੁਣ ਉਹਦੇ ਵਾਸਤੇ ਇਹ ਵੀ ਬਿਲਕੁਲ ਉਹਦੇ 'ਚ ਕੋਵਿਡ ਵੀ ਕਵਰ ਹੈਗਾ ਜੀ। ਜਿਸ ਇਨ ਕੇਸ ਇੱਥੇ ਆ ਕੇ ਕੋਵਿਡ ਦੀ ਕਵਰ, ਕੋਵਿਡ ਦਾ ਜਿਹੜੀ ਮੇਨ ਚੀਜ਼ ਹੈ ਪਹਿਲਾਂ ਦੇਖਣਾ ਆਪਾਂ ਨੇ ਜਦੋਂ ਪ੍ਰਾਈਸ ਲੈਣੇ ਉਹਨਾਂ ਦੀ ਸਿਹਤ ਬਾਰੇ ਦੱਸਿਆ ਜਾਵੇ। ਉਹਨਾਂ ਦੀ ਸਿਹਤ ਕਿੱਦਾਂ ਹੈ। ਜੇ ਸਿਹਤ ਵਧੀਆ ਹੈ ਤੇ ਆਪਾਂ ਨੂੰ ਉਹੀ ਚੀਜ਼ ਸਸਤੀ ਮਿਲ ਸਕਦੀ ਹੈ। ਉਹਦੇ ਸੁਪਰ ਵੀਜ਼ਾ 'ਚ ਵੀ ਆਪਸ਼ਨ ਹੈਗੀ ਹੈ ਤੇ ਕਈ ਵਾਰੀ ਸਿਹਤ ਢਿੱਲ ਮੱਠ ਆ, ਉਹ ਚੀਜ਼ ਮਹਿੰਗੀ ਮਿਲੂਗੀ, ਆਪਾਂ ਉਹ ਵੀ ਕਵਰੇਜ ਹੋ ਸਕਦੀ ਹੈ। ਸਿਹਤ ਵਧੀਆ ਤਾਂ ਆਪਾਂ ਨੂੰ ਚੀਜ਼ ਉਹ ਲਈਏ। ਸਾਰੀਆਂ ਕਵਰੇਜ ਹੋਣ। ਮੇਨ ਆਪਾਂ ਇੰਸ਼ੋਰੈਂਸ ਲੈਂਦੇ ਹਾਂ ਸਾਡੀਆਂ ਐਮਰਜੈਂਸੀ ਸਿਚੁਏਸ਼ਨ, ਕੁਛ ਵੀ ਹੋ ਜਾਵੇ, ਸੱਟ ਲੱਗ ਜਾਵੇ, ਸਿਕਨੈਸ ਹੋ ਜਾਵੇ, ਡਾਕਟਰ 'ਤੇ ਜਾਣਾ ਪੈ ਜਾਵੇ, ਸਾਰਾ ਕੁਛ ਕਵਰ ਹੈਗਾ ਜੀ। ਹੁਣ ਇਹ ਵੀ ਜਿਹੜਾ ਸੁਪਰ ਵੀਜ਼ਾ ਉਹਦੇ 'ਚ ਡਿਡਕਟੇਬਲ ਵੀ ਹੁੰਦਾ। ਅਸੀਂ ਡਿਡਕਟੇਬਲ ਦਾ ਮਤਲਬ ਇਹ ਵੀ ਜੇ $250 ਲੱਗਦੀ ਹੈ, $500, ਉਹਦੇ ਨਾਲ 10% 15% ਜਿੰਨਾ ਪ੍ਰੀਮੀਅਮ ਹੈ ਉਹਦੀ ਕਿਸ਼ਤ ਘੱਟ ਜੂਗੀ। ਅੱਛਾ। ਪਰ ਉਹਦੇ 'ਚ ਇੱਕ ਕੈਚ ਹੈਗਾ, ਜਿੰਨੇ ਵਾਰੀ ਆਪਾਂ ਡਾਕਟਰ 'ਤੇ ਜਾਵਾਂਗੇ, ਜੇ 500 ਰੱਖਿਆ ਤੇ 500 ਲੱਗਣਾ। ਡਾਕਟਰ ਭਾਵੇਂ $20 ਲੈਂਦਾ, ਭਾਵੇਂ 50 ਲੈਂਦਾ, ਭਾਵੇਂ 150 ਲੈਂਦਾ। ਪਰ ਸਾਨੂੰ ਜੇ ਕਲੇਮ ਉਹ ਲੈਣਾ ਤਾਂ 500 ਦੇਣਾ ਪੈਣਾ। ਅੱਛਾ ਜੀ। ਇਸ ਕਰਕੇ ਵੀ ਅਸੀਂ ਉਹ ਵੀ ਦੇਖਣਾ ਕਈ ਵਾਰੀ ਸਾਨੂੰ ਚੀਜ਼ ਢੁਕਵੀਂ ਹੈਗੀ ਕਿ ਨਹੀਂ ਹੈਗੀ। ਇੱਕ ਵਾਰੀ ਜੇ ਬਾਹਲਾ ਫਰਕ ਨਹੀਂ ਪੈਂਦਾ, 100-150 ਦਾ ਫਰਕ ਪੈਂਦਾ, ਡਿਡਕਟੇਬਲ ਰੱਖਣ ਦਾ ਫਾਇਦਾ ਹੈਗਾ ਕਿ ਨਹੀਂ ਹੈਗਾ, ਉਹ ਚੀਜ਼ਾਂ ਦਾ ਵੀ ਖਿਆਲ ਰੱਖਣ ਦੀ ਲੋੜ ਹੈ। ਜਿਹੜੀ ਇੰਪੋਰਟੈਂਟ ਚੀਜ਼ ਹੋਈ ਆ ਹੁਣ ਇਹਦੇ 'ਚ ਇਹ ਵੀ ਪਹਿਲਾਂ ਹਰੇਕ ਬੰਦੇ ਨੂੰ ਸਾਰੀਆਂ ਕਿਸ਼ਤਾਂ ਦੇਣੀਆਂ ਇੱਕੋ ਤਾਂ ਬਹੁਤ ਔਖਾ, ਇਕੱਠੇ ਦੇਣੇ ਪੈਂਦੇ ਸੀ ਪੈਸੇ, ਇਕੱਠੇ ਦੇਣੇ ਪੈਂਦੇ। ਜੇ ਆਪਾਂ ਐਗਜ਼ਾਮਪਲ ਜੇ ਕੋਈ ਕਿਸੇ ਦੀ 50 ਸਾਲ ਦੀ ਉਮਰ ਹੈ, $1200 ਕਿਸ਼ਤ ਬਣਦੀ ਹੈ, $1 ਲੱਖ ਦੀ, 2 ਜਣੇ ਹੋ ਗਏ 2400 ਬਣਦੀ। ਹੁਣ ਇਹ ਵੀ ਅਗਲਾ ਕਹਿੰਦਾ ਵੀ 2400 ਇੱਕਦਮ ਕ੍ਰੈਡਿਟ ਕਾਰਡ 'ਤੇ ਦੇਣੇ ਸੌਖੇ ਤਾਂ ਹੈਗੇ, ਪਰ ਜਦੋਂ ਬਿੱਲ ਆ ਜਾਣਾ ਮਹੀਨੇ ਬਾਅਦ ਕਈ ਵਾਰੀ ਔਖਾ ਹੋ ਜਾਂਦਾ। ਬਿਲਕੁਲ। ਪਰ ਹੁਣ ਇਹ ਆਪਸ਼ਨ ਹੈਗੀ ਹੈ ਵੀ ਤੁਸੀਂ ਮਹੀਨੇ ਵੀ ਕਿਸ਼ਤਾਂ ਦੇ ਸਕਦੇ ਹੋ। ਬਿਲਕੁਲ, ਉਹ ਵੀ ਆਪਸ਼ਨ ਉਹਦੇ ਨਾਲ ਥੋੜ੍ਹਾ ਜਿਹਾ ਸੌਖਾ ਹੋ ਗਿਆ। ਪਹਿਲਾਂ 2.5 ਜਾਂ 3 ਮਹੀਨੇ ਦੀਆਂ ਕਿਸ਼ਤਾਂ ਇਕੱਠੀਆਂ ਲੈ ਲੈਂਦੇ ਨੇ। ਜੇ 2400 ਹੈ ਉਹਨਾਂ ਨੇ ਉਸ ਹਿਸਾਬ ਨਾਲ 3 ਮਹੀਨੇ ਦੇ ਲੈ ਲਏ। ਉਸ ਤੋਂ ਬਾਅਦ ਮਹੀਨੇ ਦੇ ਮਹੀਨੇ ਤੁਹਾਡੀ ਕਿਸ਼ਤ ਕਰ ਦੇਣੀ। ਫਿਰ ਤੁਹਾਡੀ ਕਵਰੇਜ ਸ਼ੁਰੂ ਹੈ, ਤੁਸੀਂ ਅਪਲਾਈ ਕਰ ਸਕਦੇ ਹੋ ਉਹਨਾਂ ਵਾਸਤੇ, ਸਾਰਾ ਪੇਪਰ ਕਰ ਸਕਦੇ। ਇਹ ਨਹੀਂ ਵੀ ਤੁਸੀਂ ਇਕੱਠੇ ਦੇ ਕੇ 2400 ਜਾਂ
ਜਿੰਨਾ ਵੀ ਬਣਿਆ ਉਸ ਹਿਸਾਬ ਨਾਲ ਥੋੜ੍ਹਾ ਜਿਹਾ ਔਖਾ ਹੋ ਜਾਂਦਾ। ਬਿਲਕੁਲ ਇਹ ਸੁਪਰ ਵੀਜ਼ੇ ਵਾਸਤੇ ਇਹ ਹੈ ਵੀ ਆਪਣੇ ਕੋਲੇ ਬੈਸਟ ਰੇਟ ਸਾਰੇ ਕੈਨੇਡਾ 'ਚ, ਬੈਸਟ ਕਵਰੇਜ ਜ਼ਰੂਰਤਾਂ ਦੇ ਹਿਸਾਬ ਨਾਲ। ਇਹ ਹੈ ਵੀ ਦੱਸ ਕੇ ਚੀਜ਼ ਲਈ ਹੋਵੇ ਕੱਲ੍ਹ ਨੂੰ ਫਿਰ ਇਹ ਹੈ ਵੀ ਜੇ ਕਲੇਮ ਆਉਂਦਾ ਮੈਂ ਹੱਸ ਕੇ ਨਹੀਂ ਦਿਖਾਉਂਦਾ ਵੀ ਦੱਸਿਆ ਨਹੀਂ ਸੀਗਾ ਉਦੋਂ। ਇਹ ਹੈ ਵੀ ਸਾਡੀ ਅਸੀਂ ਪੈਰਵਾਈ ਨਾਲ ਪੂਰੀ ਕਰਾਂਗੇ, ਨਾਲ ਹੈਲਪ ਕਰਾਂਗੇ, ਤਾਂ ਸਵਾਦ ਆਉਂਦਾ ਕੰਮ ਕਰਕੇ। ਅੱਛਾ, ਇੱਕ ਮੈਨੂੰ ਹੋਰ ਦੱਸਿਓ, ਭਾਵੇਂ ਰਿਸਟ੍ਰਿਕਸ਼ਨਸ ਲੱਗੀਆਂ ਹੋਈਆਂ ਨੇ, ਬਹੁਤੀ ਆਵਾਜਾਈ ਹੈ ਨਹੀਂ, ਪਰ ਫਿਰ ਵੀ ਕਿਸੇ ਨੇ ਜੇ ਟਰੈਵਲ ਇੰਸ਼ੋਰੈਂਸ ਲਈ ਹੋਈ ਸੀ, ਇੰਡੀਆ ਜਾ ਕੇ ਸਟਕ ਹੋ ਗਿਆ, ਲੰਬਾ ਸਮਾਂ ਰਹਿਣਾ ਪੈ ਗਿਆ, ਉਹ ਉੱਥੇ ਇੰਸ਼ੋਰੈਂਸ ਮਿਲ ਜਾਂਦੀ ਹੈ, ਕਵਰੇਜ ਹੋ ਜਾਂਦੀ ਹੈ? ਹਾਂਜੀ, ਦੇਖੋ ਜੀ ਇਹ ਬਹੁਤ ਗ੍ਰੇ ਏਰੀਆ ਹੈ ਜੀ। ਆਪਣੇ ਜਿਹੜੀ ਕੈਨੇਡੀਅਨ ਗਵਰਨਮੈਂਟ ਜਿਹੜੀ ਰਿਸਟ੍ਰਿਕਸ਼ਨਸ ਹੈਗੀਆਂ ਉਹਨਾਂ ਦੀ ਵੈਬਸਾਈਟ 'ਤੇ ਜਿਹੜਾ ਟਰੈਵਲ ਬੈਨ ਲੱਗਿਆ ਹੋਇਆ ਉਹਨਾਂ ਨੇ ਦੱਸਿਆ ਹੋਇਆ ਵੀ ਤੁਸੀਂ ਉੱਥੇ ਨਹੀਂ ਜਾ ਸਕਦੇ, ਉੱਥੇ ਜਾਂਦੇ ਹੋ ਜੇ ਤੁਸੀਂ ਉਹਦੇ ਅਗੇਂਸਟ ਜਾਂਦੇ ਹੋ ਕੋਈ ਵੀ ਇੰਸ਼ੋਰੈਂਸ ਕੰਪਨੀ ਤੁਹਾਨੂੰ ਨਾ ਕਰ ਸਕਦੀ ਹੈ। ਅੱਛਾ ਜੀ। ਕਈ ਵਾਰੀ ਐਗਜ਼ਾਮਪਲ ਆਪਾਂ ਕਹਿੰਦੇ ਵੀ ਕੋਈ ਇਹੋ ਜਿਹੀ ਕੰਟਰੀ 'ਤੇ ਵਾਰ ਲੱਗੀ ਹੋਈ ਹੈ, ਐਗਜ਼ਾਮਪਲ ਆਪਾਂ ਚਲੇ ਜਾਂਦੇ ਹਾਂ, ਉਹਨਾਂ ਨੇ ਜਦੋਂ ਆਪਾਂ ਇੰਡੀਆ ਤੇ ਪਾਕਿਸਤਾਨ ਦੀ ਟੈਨਸ਼ਨ ਸੀ ਉਹਨਾਂ ਨੇ ਸਪੈਸ਼ਲ ਉਹਨਾਂ ਨੇ ਰਿਸਟ੍ਰਿਕਸ਼ਨ ਲਾਇਆ ਸੀ ਤੁਸੀਂ ਇਸ ਏਰੀਏ 'ਚ ਜਾਂਦੇ ਹੋ। ਪੰਜਾਬ 'ਚ ਵੀ ਕਈ ਏਰੀਏ ਸੀਗੇ ਪਿੰਡ ਦੇ ਵਿੱਚ ਵੀ ਆਪਾਂ ਨੂੰ ਨਹੀਂ ਪਤਾ, ਆਪਾਂ ਕਹਿੰਦੇ ਇੰਡੀਆ ਜਾਣੇ ਕੋਈ ਗੱਲ ਨਹੀਂ, ਹਾਂ, ਪਰ ਉਦੋਂ ਸੀਗਾ ਉਹਨਾਂ ਨੇ ਨਾ ਕੀਤੀ ਹੋਈ ਸੀ, ਤੁਸੀਂ ਜਾਂਦੇ ਹੋ ਤੇ ਬਿਲਕੁਲ ਤੁਹਾਡੀ ਕਵਰੇਜ ਨਹੀਂ ਹੋਊਗੀ ਜਸਟ ਇਨ ਕੇਸ ਤੁਸੀਂ ਉਸ ਏਰੀਏ 'ਚ ਆ। ਉੱਦਾਂ ਹੀ ਹੁਣ ਕੋਵਿਡ ਕਰਕੇ ਬਿਲਕੁਲ ਕੋਵਿਡ ਦੀ ਕਵਰੇਜ ਹੈਗੀ ਆ, ਪਰ ਹਾਂ ਜਿੱਥੇ ਬਿਲਕੁਲ ਰਿਸਟ੍ਰਿਕਸ਼ਨ ਲੱਗੀ ਹੋਈ ਤੁਸੀਂ ਉੱਥੇ ਜਾ ਕੇ ਪਾਲਿਸੀ ਲੈਣੇ ਉਦੋਂ ਕਿੰਤੂ ਪਰੰਤੂ ਕਰ ਸਕਦੀਆਂ ਕੰਪਨੀਆਂ। ਬਿਲਕੁਲ ਗ੍ਰੇ ਏਰੀਆ, ਬਿਲਕੁਲ ਫਾਈਨ ਲਾਈਨ, ਤੁਸੀਂ ਆਪਦਾ ਦੱਸ ਕੇ ਫਿਰ ਤੁਸੀਂ ਉਹਨਾਂ ਨਾਲ ਕਈ ਵਾਰੀ ਕੰਪਨੀ ਨਾਲ ਕੰਸਲਟ ਕਰਨਾ ਪੈਣਾ ਵਾ ਕਿ ਆਹ ਸਿਚੁਏਸ਼ਨ ਹੈਗੀ ਹੈ, ਇਟ ਡਿਪੈਂਡਸ ਔਨ ਸਿਚੁਏਸ਼ਨ ਉਸ ਹਿਸਾਬ ਨਾਲ ਡੀਲ ਕੀਤਾ ਜਾ ਸਕਦਾ। ਅੱਛਾ, ਮੈਨੂੰ ਇਹ ਦੱਸਿਓ, ਹੁਣ ਬਹੁਤ ਸਾਰੇ ਦਰਸ਼ਕ ਹੋਣਗੇ ਜਿਹੜੇ ਇੰਸ਼ੋਰੈਂਸ ਲੈਣੀ ਚਾਹੁੰਦੇ ਆ, ਕਿਹੜੀ ਗੱਲ ਦਾ ਉਹ ਚੇਚੇ ਤੌਰ 'ਤੇ ਖਿਆਲ ਰੱਖਣਾ? ਇੰਸ਼ੋਰੈਂਸ ਭਾਵੇਂ ਜਿੱਥੋਂ ਮਰਜ਼ੀ ਰਹਿਣ, ਤੇ ਖਿਆਲ ਕਿਹੜੀ ਚੀਜ਼ ਦਾ ਰੱਖਣਾ ਬਹੁਤ ਲਾਜ਼ਮੀ ਹੈ? ਖਿਆਲ ਤਾਂ ਵੀ ਨੰਬਰਾਂ 'ਚ ਨਾ ਫਸਣ ਦੀ ਪਹਿਲੀ ਗੱਲ ਤਾਂ। ਅੱਛਾ, ਵੀ ਉੱਥੇ ਤਾਂ ਯਾਰ ਉਹ $30 ਕਹਿੰਦੇ ਸੀ 50 ਮੰਗੀ ਜਾਂਦੇ ਆ। ਹਾਂਜੀ, ਉਹ ਵੀ ਛੱਡ ਦਿਓ ਜੀ। ਉਸ ਤੋਂ ਬਾਅਦ ਇਹ ਵੀ ਇੱਕ ਆਪਣੇ ਸੁਭਾਅ ਹੈ ਪੰਜਾਬੀਆਂ ਦਾ, ਸੇਵਿੰਗ ਵਾਲੀ ਲੈਣੀ ਹੈ। ਅੱਛਾ ਜੀ। ਸਾਡੇ ਪੈਸੇ ਮੁੜੇ ਆਉਂਦੇ ਨੇ, ਪਰ ਪਾਲਿਸੀਆਂ 'ਚ ਪੈਸੇ ਨਹੀਂ ਮੁੜਦੇ ਹੁੰਦੇ, ਪਾਲਿਸੀਆਂ 'ਚ ਲੋਨ ਦੇ ਚੱਕਦੇ ਨੇ ਪਾਲਿਸੀਆਂ, ਜਿਹੜਾ ਕੈਸ਼ ਵੈਲਿਊ ਹੈਗਾ ਹੈ। ਪਰ ਇਸ ਚੀਜ਼ ਦਾ ਆਪਾਂ ਨੂੰ ਖਿਆਲ ਰੱਖੀਏ ਵੀ ਹਰੇਕ ਬੰਦਾ ਇਹੀ ਕਹਿੰਦਾ ਵੀ ਪੈਸੇ ਵਾਪਸ ਆ ਜਾਣੇ, ਇਹ ਨਹੀਂ ਵੀ ਆਪਾਂ ਪੈਸੇ ਪਾਤੇ 20 ਸਾਲ ਸਾਰੇ ਪੈਸੇ ਵਾਪਸ ਆ ਗਏ, ਸਤਿ ਸ੍ਰੀ ਅਕਾਲ, ਇੱਦਾਂ ਨਹੀਂ। ਅੱਛਾ ਜੀ। ਇੱਦਾਂ ਕੰਪਨੀ ਨੇ ਕਵਰੇਜ ਵੀ ਅੱਗੇ ਚੱਲਦੀ ਰਹਿਣੀ ਹੈ, ਕਿਉਂਕਿ ਜੇ ਆਪਾਂ ਪੈਸੇ ਚੱਕਦੇ ਹਾਂ ਕਿਤੋਂ ਵੀ ਚੱਕਦੇ ਹਾਂ ਇੰਟਰਸਟ ਲੱਗਦਾ। ਪਹਿਲੀ ਗੱਲ ਤਾਂ ਇਹ ਵੀ ਆਪਾਂ ਨੰਬਰਾਂ 'ਚ ਨਾ ਫਸੀਏ ਵੀ ਇੰਨੇ 65 ਸਾਲ ਤੇ ਜਾ ਕੇ ਇੰਨੇ ਹੋ ਜਾਣਗੇ, 17 ਦੇ ਇੰਨੇ ਹੋ ਜਾਣਗੇ। ਪਹਿਲੀ ਗੱਲ ਤਾਂ ਅਸੀਂ ਜ਼ਰੂਰਤ ਦੇਖੀ ਆਪਦੀ, ਜ਼ਰੂਰਤ ਤੋਂ ਬਾਅਦ ਅਸੀਂ ਦੇਖੀਏ ਵੀ ਸਾਡੀਆਂ ਅੱਜ ਦੀਆਂ ਜ਼ਰੂਰਤਾਂ ਕੀ ਹੈ, ਕੱਲ੍ਹ ਦੀਆਂ ਜ਼ਰੂਰਤਾਂ ਕੀ ਹੈ, ਤੇ ਮੇਰਾ ਬਜਟ ਕੀ ਹੈਗਾ। ਬਜਟ ਤੋਂ ਬਾਅਦ ਫਿਰ ਤੁਸੀਂ ਕੰਪੈਰੀਜ਼ਨ ਕਰੋ ਵੀ ਜਿਨ੍ਹਾਂ ਨਾਲ ਡੀਲ ਕਰ ਰਹੇ ਹੋ ਉਹਨਾਂ ਕੋਲ ਕਿੰਨੀਆਂ ਕੁ ਆਪਸ਼ਨਸ ਹੈਗੀਆਂ ਨੇ ਤੁਹਾਡੇ ਵਾਸਤੇ। ਤੁਹਾਨੂੰ ਉਹ ਲਿਖ ਕੇ ਦਿੰਦੇ ਨੇ ਜਾਂ ਮੂੰਹ ਜ਼ਬਾਨੀ ਕਹਿੰਦੇ ਮੇਰੇ ਕੋਲ ਤਾਂ ਸਾਰੀਆਂ ਕੰਪਨੀਆਂ ਨੇ। ਜਦੋਂ ਮੈਂ ਆਪਦਾ ਡਿਸਕਲੋਜ਼ਰ ਤੁਹਾਡੇ ਮੂਹਰੇ ਰੱਖੂੰਗਾ, ਵਾਕਿਆ ਵੀ ਲਿਖ ਕੇ ਦੇਵਾਂਗਾ ਵੀ ਮੇਰੇ ਕੋਲ 10-15 ਕੰਪਨੀਆਂ ਨੇ ਕੈਨੇਡਾ 'ਚ, ਆਹੀ ਸਾਰੀਆਂ ਕੰਪਨੀਆਂ ਨੇ। ਫਿਰ ਤੁਹਾਨੂੰ ਪਤਾ ਲੱਗ ਗਿਆ ਵੀ ਜਿਨ੍ਹਾਂ ਤੁਸੀਂ ਡੀਲ ਕਰ ਰਹੇ ਹੋ ਉਹਨਾਂ ਕੋਲ ਸਾਰੀਆਂ ਆਪਸ਼ਨਸ ਅਵੇਲੇਬਲ ਹੈਗੀਆਂ ਨੇ। ਜਾਂ ਉਸ ਤੋਂ ਬਾਅਦ ਫਿਰ ਤੁਸੀਂ ਪੁੱਛ ਸਕਦੇ ਹੋ ਭਾਈ ਹੋਰ ਵੀ ਨਾਲ ਕੰਮ ਕਰਦਾ ਵੀ ਤਾਂ ਕੋਈ ਨਾਲ ਆਹੀ ਇੰਸ਼ੋਰੈਂਸ ਦੇ ਪੱਕਾ ਕੰਮ ਕਰਦਾ, ਕਿਉਂਕਿ ਬਹੁਤ ਲੋਕ ਨੇ ਜਿਨ੍ਹਾਂ ਕੋਲ ਜੇ ਪਾਰਟ ਟਾਈਮ ਕੰਮ ਕਰਦੇ ਆ, ਕੰਪਨੀ ਸਾਰੇ ਕੰਟਰੈਕਟ ਨਹੀਂ ਦਿੰਦੀਆਂ। ਉਹਦਾ ਕਹਿਣ ਦਾ ਭਾਵ ਹੈ ਵੀ ਜੇ ਤੁਸੀਂ ਹੁਣ ਐਗਜ਼ਾਮਪਲ ਕਈ ਕੰਪਨੀਆਂ ਜਿਹੜੀਆਂ ਵੱਡੀਆਂ ਕੰਪਨੀਆਂ ਨੇ ਉਹ ਕਹਿੰਦੀਆਂ ਵੀ ਤੁਸੀਂ ਫੁੱਲ ਟਾਈਮ ਕੰਮ ਕਰਦੇ ਹੋ ਤਾਂ ਹੀ ਤੁਹਾਨੂੰ ਕੰਟਰੈਕਟ ਦੇਵਾਂਗੇ। ਫਿਰ ਆਹ ਜਦੋਂ ਚੀਜ਼ਾਂ ਸਾਰੀਆਂ ਸਾਨੂੰ ਪਤਾ ਲੱਗ ਜਾਂਦੀਆਂ, ਫਿਰ ਤੁਹਾਨੂੰ ਇਹ ਪਤਾ ਵੀ ਜਿੱਥੋਂ ਤੁਸੀਂ ਚੀਜ਼ ਲੈ ਰਹੇ ਹੋ ਟਣਕਾ ਕੇ ਉਦੋਂ ਨਾਲੇ ਚੀਜ਼ ਤੁਹਾਡੇ ਨਾਲੇ ਮੈਨੂੰ ਪਤਾ ਹੈ ਜੇ ਥਿੰਦ ਸਾਹਿਬ ਕੋਲ ਜਾਣਾ ਤੇ ਪੱਕਾ ਟਿਕਾਣਾ ਹੈ, ਨਹੀਂ ਤਾਂ ਉਹ ਕਹਿੰਦਾ ਨਹੀਂ ਮੈਂ ਤਾਂ ਯਾਰ ਅੱਜ ਉਹ ਫਿਰਦਾ ਬਰੈਂਪਟਨ ਵਾਲੇ ਪਾਸੇ ਟਰੱਕ ਲੈ ਕੇ ਗਿਆ ਸੀ, ਆ ਕੇ ਗੱਲ ਕਰਾਂਗੇ। ਨਹੀਂ ਚਲੋ ਇਹ ਹੈ ਵੀ ਆਪਾਂ ਹਰੇਕ ਦੇ ਕੰਮ ਦੀ ਕਦਰ ਕਰਦੇ ਹਾਂ, ਪਰ ਇਹ ਹੈ ਵੀ ਪਰ ਇਹ ਨਹੀਂ ਉਹ ਕੰਮ ਨਹੀਂ ਮਾੜੇ, ਪਰ ਇਹ ਹੈ ਵੀ ਸਵਾਲ ਇਸ ਗੱਲ ਦਾ ਵੀ ਉਹਨਾਂ ਦਾ ਫੋਕਸ ਉਸ ਚੀਜ਼ ਤੇ ਹੈ ਨਹੀਂ। ਬਿਲਕੁਲ ਜੀ, ਬਿਲਕੁਲ ਜਿਹੜੀ ਚੀਜ਼ ਸੈਕੰਡਰੀ ਉਹ ਸੈਕੰਡਰੀ ਹੈ। ਤੁਸੀਂ ਉਸੇ ਟਾਈਮ ਦੇ ਹਿਸਾਬ ਨਾਲ ਕਿੰਨੀ ਕੁ ਤਵੱਜੋ ਦਿਓਗੇ ਕੰਮ ਤੋਂ ਬਾਅਦ, ਤੁਸੀਂ ਆਪਦੇ ਆਪ ਨੂੰ ਅਪਡੇਟ ਕਰਨ ਨਾਲੇ ਤੁਹਾਨੂੰ ਕੰਟਰੈਕਟ ਨਹੀਂ ਮਿਲਦੇ। ਜਦੋਂ ਕਲਾਇੰਟ ਵਾਸਤੇ ਕਿੰਤੂ ਪਰੰਤੂ ਹੋ ਸਕਦਾ ਵੀ ਜੇ ਉਹੀ ਆਪਾਂ ਜੇ ਗੱਲ ਕਰਦੇ ਹਾਂ ਹੁਣ RBC ਦੀ ਗੱਲ ਕਰਦੇ ਹਾਂ, ਸਾਰਿਆਂ ਕੋਲ ਜੇ ਕੰਟਰੈਕਟ ਨਹੀਂ ਹੈਗਾ RBC ਤਾਂ ਕਿੱਦਾਂ ਉਹ ਚੀਜ਼ ਨੂੰ ਆਫਰ ਕਰ ਸਕਦੇ ਕਲਾਇੰਟ ਵਾਸਤੇ। ਹੁਣ ਇਹ ਤਾਂ ਹੀ ਹੈ ਉਹ ਕਲਾਇੰਟ ਜਦੋਂ ਵੀ ਕੋਈ ਚੀਜ਼ ਲੈਣੀ ਹੈ ਫਿਰ ਦੇਖਣ ਵੀ ਉਸ ਹੋਰ ਆਪਸ਼ਨਸ ਕੀ ਹੈਗੀਆਂ, ਕਿਹੜੀਆਂ ਕੰਪਨੀਆਂ ਕੀ ਆਪਸ਼ਨ ਹੈ, ਉਹ ਆਪਾਂ ਇੱਕੋ ਟੇਬਲ 'ਤੇ ਇੱਕੋ ਛੱਤ ਥੱਲੇ ਔਨਲਾਈਨ ਵੀ ਆਪਣਾ ਪਲੇਟਫਾਰਮ ਹੈ। ਇਹ ਹੈ ਵੀ ਆਪਾਂ ਉਹਲਾ ਹੀ ਚੱਕਦਾ ਇੰਸ਼ੋਰੈਂਸ ਦਾ, ਸਾਨੂੰ ਇਹ ਪਤਾ ਵੀ ਸਸਤੀ ਚੀਜ਼ ਹਮੇਸ਼ਾ ਵਧੀਆ, ਇਹ ਨਹੀਂ ਵੀ ਸਸਤੀ ਵਧੀਆ ਅਤੇ ਮਹਿੰਗੀ ਬਹੁਤ ਵਧੀਆ, ਜੇ ਸਸਤੀ ਮਾੜੀ ਹੈ ਤੇ ਜਿਹੜੀ ਮਹਿੰਗੀ ਉਹ ਚੰਗੀ ਹੈ, ਨਹੀਂ। ਇਹ ਚੀਜ਼ ਸਸਤੀ ਕਿਸੇ ਵਾਸਤੇ ਵਧੀਆ। ਤੁਹਾਡੀ ਲੋੜ ਕੀ ਹੈ? ਬਿਲਕੁਲ ਜ਼ਰੂਰਤ ਅਫੋਰਡ ਕੀ ਕਰਦੇ ਹੋ ਹੈ ਹੀ ਇੰਸ਼ੋਰੈਂਸ ਦਾ ਮਤਲਬ ਵੀ ਆਪਦੀਆਂ ਜ਼ਰੂਰਤਾਂ ਦੇ ਹਿਸਾਬ ਨਾਲ ਹੈ। ਸਾਨੂੰ ਜੇ ਅਸੀਂ ਵੀ ਕਿਸੇ ਨੂੰ ਸੁਜੈਸਟ ਕਰਦੇ ਉਹਨਾਂ ਦਾ ਰਿਸਕ ਦੱਸਦੇ ਹਾਂ ਪਹਿਲਾਂ ਵੀ ਤੁਹਾਡਾ ਆਹ ਰਿਸਕ ਹੈ, ਤੁਸੀਂ ਆਹ ਚੀਜ਼ਾਂ ਪਹਿਲਾਂ ਕਵਰ ਕਰਨੀਆਂ ਰੈਦਰ ਦੈਨ ਕਿ ਸੇਵਿੰਗ ਸਾਡੀ ਆਪਸ਼ਨ ਹੈ। ਸੇਵਿੰਗ ਤਾਂ ਅਸੀਂ ਹੋਰ ਚੀਜ਼ਾਂ 'ਚ ਵੀ ਬਹੁਤ ਕਰਦੇ ਹਾਂ। ਹੁਣ ਫੋਨ ਦਾ ਬਿੱਲ ਦਿੰਦੇ ਕੋਈ ਆਉਂਦਾ ਤਾਂ ਨਹੀਂ ਮੁੜ ਕੇ, ਬਿਲਕੁਲ ਫੋਨ 'ਤੇ ਗੱਲਾਂ ਹੀ ਕਰਦੇ ਹਾਂ। ਬਿਲਕੁਲ ਬਿਲਕੁਲ। ਹੁਣ ਇੰਸ਼ੋਰੈਂਸ ਹੈ ਸਾਨੂੰ ਇਹ ਦੇਖਣਾ ਵੀ ਸਾਨੂੰ ਅਸੀਂ ਕਿਸ਼ਤਾਂ ਦਿੰਦੇ ਹਾਂ ਵੀ ਸਾਡੇ ਆਉਂਦਾ ਕੀ ਸਾਡੇ ਕੋਲ ਜੀ। ਸੋ ਥਿੰਦ ਸਾਹਿਬ ਇਸ ਕੀਮਤੀ ਜਾਣਕਾਰੀ ਵਾਸਤੇ ਧੰਨਵਾਦ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਬਿਲਕੁਲ ਸਰ। ਸੋ ਦੋਸਤੋ ਇਹ ਸੀ ਅੱਜ ਦਾ ਪ੍ਰੋਗਰਾਮ। ਉਮੀਦ ਕਰ ਰਹੇ ਹਾਂ ਕਿ ਤੁਹਾਨੂੰ ਪ੍ਰੋਗਰਾਮ ਚੰਗਾ ਲੱਗਿਆ ਹੋਵੇਗਾ। ਜੇ ਪ੍ਰੋਗਰਾਮ ਸੱਚਮੁੱਚ ਚੰਗਾ ਲੱਗਿਆ ਤਾਂ ਕਿਰਪਾ ਕਰਕੇ ਲਾਈਕ ਵੀ ਕਰ ਦੇਣਾ, ਸ਼ੇਅਰ ਵੀ ਕਰ ਦੇਣਾ
ਤੇ ਜੇਕਰ ਹਾਲੇ ਤੱਕ ਤੁਸੀਂ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਵਾਲੀ ਘੰਟੀ ਜ਼ਰੂਰ ਔਨ ਕਰ ਲੈਣੀ। ਤੁਹਾਡੇ ਦਿਲੋਂ ਧੰਨਵਾਦੀ ਹੋਵਾਂਗੇ। ਹੁਣ ਸਮਾਂ ਸਮਾਪਤ ਹੈ। ਜਾਣ ਤੋਂ ਪਹਿਲਾਂ ਕਹਾਂਗਾ, ਜ਼ਿੰਦਗੀ ਜਿੰਦਾਦਲੀ ਦਾ ਨਾਮ ਹੈ। ਦਵਿੰਦਰ ਸਿੰਘ ਬੈਨੀਪਾਲ ਨੂੰ ਆਗਿਆ ਦਿਓ। ਸਤਿ ਸ਼੍ਰੀ ਅਕਾਲ ਤੇ ਰੱਬ ਰਾਖਾ।